ਸਿੱਖ ਧਰਮ 'ਚ ਤਾਂ ਕਰਮਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਜ਼ਿਆਦਾ ਸਾਨੂੰ ਕਰਮਾਂ ਬਾਰੇ ਸਮਝਾਉਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲਾਂ ਤਾਂ ਸਾਨੂੰ ਜਪਜੀ ਸਾਹਿਬ ਦੇ ਵਿੱਚ ਹੀ ਸਮਝਾਉਂਦੇ ਨੇ। ਜਿਹੜੇ 5 ਖੰਡ ਨੇ ਨਾ, ਉਹਦੇ ਵਿੱਚ ਜਿਹੜਾ ਧਰਮ ਖੰਡ ਆ, ਉਹਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਹ ਜਿਹੜੀ ਧਰਤੀ ਆ ਨਾ, ਇਹ ਧਰਮਸ਼ਾਲਾ ਜਿੱਥੇ ਸਾਨੂੰ ਭੇਜਿਆ ਗਿਆ। ਸੋ ਧਰਮਸ਼ਾਲਾ ਦੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ। ਇਹ ਧਰਤੀ ਧਰਮਸ਼ਾਲਾ ਦੀਆਂ ਵੀ ਟਰਮਸ ਐਂਡ ਕੰਡੀਸ਼ਨ ਨੇ। ਇੱਥੇ ਟਰਮਸ ਕੰਡੀਸ਼ਨਸ ਕੀ ਨੇ ਵੀ, ਇੱਕ ਤਾਂ ਧਰਮਸ਼ਾਲਾ ਵਿੱਚ ਪੱਕੇ ਡੇਰੇ ਨਹੀਂ ਕੋਈ ਵੀ ਲਗਾ ਸਕਦਾ, ਥੋੜੇ ਟਾਈਮ ਲਈ ਰੁਕਣਾ ਹੁੰਦਾ। ਤੇ ਧਰਤੀ ਤੇ ਵੀ ਅਸੀਂ ਪਰਮਾਨੈਂਟ ਨਹੀਂ ਰਹਿ ਸਕਦੇ। ਜਿੰਨੇ ਸਾਨੂੰ ਸਵਾਸ ਮਿਲੇ ਨੇ ਉਨੇ ਟਾਈਮ ਹੀ ਅਸੀਂ ਇੱਥੇ ਰੁਕਣਾ। ਔਰ ਦੂਸਰਾ ਇੱਥੇ ਦੇ ਜਿਹੜਾ ਸਿਧਾਂਤ ਹੈ ਇਸ ਧਰਤੀ ਦਾ, ਧਰਮਸ਼ਾਲਾ ਦਾ, ਉਹ ਹੈ ਇੱਥੇ ਜੋ ਕਰਮਾਂ ਦੇ ਬੀਜ ਅਸੀਂ ਬੀਜਣੇ ਆ, ਉਸੇ ਦਾ ਹੀ ਫਲ ਸਾਨੂੰ ਭੋਗਣਾ ਹੀ ਪੈਣਾ। ਸੋ ਇਸ ਕਰਕੇ ਮਹਾਰਾਜ ਨੇ ਕਰਮਾਂ ਦੇ ਉੱਤੇ ਬੜਾ ਜ਼ੋਰ ਦਿੱਤਾ। ਮਹਾਰਾਜ ਕਹਿੰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਚੰਗਿਆਈਆਂ ਤੇ ਬੁਰਾਈਆਂ, ਜਿਹੜੀਆਂ ਸਾਡੀਆਂ ਬੁਰਾਈਆਂ, ਅੱਛੇ ਕਰਮ ਤੇ ਬੁਰੇ ਕਰਮ ਜਿਹੜਾ ਆ, ਉਹ ਧਰਮਰਾਜ ਸਾਡੇ ਦੇਖਦਾ ਆ, ਉਹਦੇ ਮੁਤਾਬਕ ਫਿਰ ਸਾਨੂੰ ਜਿਹੜਾ ਫਲ ਮਿਲਦਾ। ਤੋ ਸੰਗਤ ਜੀ, ਕਰਮ ਕਰਨ ਦੀ ਸਾਨੂੰ ਫ੍ਰੀ ਵਿਲ ਮਿਲੀ ਹੋਈ ਹੈ, ਲੇਕਿਨ ਫਲ ਜਿਹੜਾ ਆ ਉਹ ਪਰਮਾਤਮਾ ਦੇ ਹੱਥ ਆ। ਪਰਮਾਤਮਾ ਦੇ ਹੱਥ ਵੀ, ਪਰਮਾਤਮਾ ਦਾ ਜਿਹੜਾ ਹੁਕਮ ਅਸੀਂ ਕਹਿੰਦੇ ਆ। ਸੋ ਕਈ ਵਾਰ ਨਾ ਅਸੀਂ ਹੁਕਮ ਨੂੰ ਗਲਤ ਤਰੀਕੇ 'ਚ ਲੈ ਲੈਂਦੇ ਆ। ਲੈ ਉਹਦਾ ਹੁਕਮ ਹੋਊਗਾ ਤਾਂ ਉਹ ਮਿਲ ਜਾਊਗਾ, ਹੁਕਮ ਹੋਊਗਾ ਤਾਂ ਨਹੀਂ ਹੋਊਗਾ। ਸਿਰਫ ਇੰਨਾ ਹੀ ਅਸੀਂ ਸੋਚ ਲੈਂਦੇ ਆ, ਔਰ ਲੇਜ਼ੀ ਵੀ ਹੋ ਜਾਂਦੇ ਆ ਬਹੁਤ ਕੰਮਾਂ ਦੇ ਵਿੱਚ। ਇਸ ਤਰ੍ਹਾਂ ਨਹੀਂ ਹੈ। ਹੁਕਮ ਨੂੰ ਅਸੀਂ ਸਮਝੀਏ। ਜਿਸ ਤਰ੍ਹਾਂ 2 ਬੱਚੇ ਨੇ, ਇਕੱਠੇ ਸਕੂਲ ਜਾ ਰਹੇ ਨੇ, ਤੋ ਇੱਕ ਬੱਚਾ ਸੋਹਣਾ ਆਪਣਾ ਪੜ੍ਹੀ ਜਾ ਰਿਹਾ ਹੈ, ਇੱਕ ਬੱਚਾ ਪੜ੍ਹ ਹੀ ਨਹੀਂ ਰਿਹਾ, ਟਾਈਮ ਵੇਸਟ ਕਰ ਰਿਹਾ ਹੈ। ਤੋ 1 ਸਾਲ ਬਾਅਦ ਜਦੋਂ ਰਿਜ਼ਲਟ ਆਇਆ, ਜਿਹੜਾ ਸੋਹਣਾ ਪੜ੍ਹਿਆ ਉਹ ਪਾਸ ਹੋ ਗਿਆ, ਜਿਹੜਾ ਨਹੀਂ ਪੜ੍ਹਿਆ ਉਹ ਫੇਲ ਹੋ ਗਿਆ। ਅਸੀਂ ਕਹਿੰਦੇ ਉਹਨੂੰ ਫੇਲ ਕਰ ਦਿੱਤਾ, ਉਹਨੂੰ ਪਾਸ ਕਰ ਦਿੱਤਾ। ਸੋ ਫੇਲ ਪਾਸ ਜ਼ਰੂਰ ਕੀਤਾ ਗਿਆ ਸਕੂਲ ਵੱਲੋਂ, ਟੀਚਰ ਵੱਲੋਂ, ਲੇਕਿਨ ਉਹਦੇ ਪਿੱਛੇ ਉਹਦੀ ਜੋ ਮਿਹਨਤ ਸੀ, ਜੋ ਕਰਮ ਸੀਗੇ, ਜਿਹਨੇ ਜਿਹੋ ਜਿਹੇ ਕਰਮ ਕੀਤੇ ਉਹ ਫੇਲ ਹੋ ਗਿਆ, ਜਿਹਨੇ ਚੰਗੇ ਕੀਤੇ ਉਹ ਪਾਸ ਹੋ ਗਿਆ। ਸੋ ਇਦਾਂ ਜ਼ਿੰਦਗੀ ਦੇ ਵਿੱਚ ਜਨਮਾਂ ਜਨਮਾਂ ਦੇ ਸਾਡੇ ਕਰਮ ਜਿਹੜੇ ਸਾਡੇ ਨਾਲ ਚੱਲਦੇ ਨੇ, ਉਹ ਫਲ ਅਸੀਂ ਭੋਗਦੇ ਹਾਂ। ਉਹ ਫਲ ਜਿਹੜਾ ਹੁਕਮ ਆ ਪਰਮਾਤਮਾ ਦਾ। ਸੋ ਪਹਿਲਾਂ ਤਾਂ 3 ਤਰ੍ਹਾਂ ਦੇ ਕਰਮ ਨੇ ਸੰਗਤ ਜੀ। ਇੱਕ ਹੈ ਕਿਰਿਆਮਾਨ ਕਰਮ, ਇੱਕ ਹੈ ਸੰਚਿਤ ਕਰਮ, ਇੱਕ ਹੈ ਪ੍ਰਾਲਬਧ ਕਰਮ। ਕਿਰਿਆਮਾਨ ਕਰਮ ਜਿਹੜੇ ਅਸੀਂ ਪ੍ਰੈਜ਼ੈਂਟ ਦੇ ਵਿੱਚ ਕਰ ਰਹੇ ਹਾਂ, ਜਿਵੇਂ ਇੱਧਰੋਂ ਬੋਲਿਆ ਜਾ ਰਿਹਾ ਤੇ ਆਪ ਜੀ ਵੱਲੋਂ ਸੁਣਿਆ ਜਾ ਰਿਹਾ, ਇਹ ਸਾਡੇ ਕਿਰਿਆਮਾਨ ਪ੍ਰੈਜ਼ੈਂਟ ਦੇ ਕਰਮ ਨੇ। ਇਹ 1 ਸੈਕਿੰਡ ਵੀ ਜਿਹੜਾ ਬੀਤ ਚੁੱਕਾ ਨਾ, ਉਹ ਸਾਡੇ ਬੀਤੀ ਜਾ ਰਹੇ ਨੇ, ਪਾਸਟ ਹੋਈ ਜਾ ਰਹੇ ਨੇ। ਸੋ ਹੁਣ ਸਾਰਾ ਦਿਨ ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਜੋ ਜੋ ਤੁਸੀਂ ਵੀ ਕੀਤਾ, ਇੱਧਰੋਂ ਵੀ ਕੀਤਾ ਗਿਆ, ਸਭ ਪਾਸਟ ਹੋ ਗਿਆ। ਏਦਾਂ ਹੀ ਪੂਰਾ ਜੀਵਨ, ਜਨਮ ਜਨਮ, ਇਹ ਜਿਹੜੇ ਕਰਮ ਅਸੀਂ ਬੀਜੇ ਨੇ, ਇਹਨਾਂ ਨੂੰ ਕਹਿ ਦਿੰਦੇ ਨੇ ਸੰਚਿਤ ਕਰਮ। ਪ੍ਰੈਜ਼ੈਂਟ ਕਰ ਰਹੇ ਕਿਰਿਆਮਾਨ ਕਰਮ, ਇਹ ਜਿਹੜੇ ਸਟੋਰ ਹੋਈ ਜਾ ਰਹੇ ਨੇ, ਇਹਨਾਂ ਨੂੰ ਕਹਿੰਦੇ ਨੇ ਸੰਚਿਤ ਕਰਮ। ਔਰ ਸੰਚਿਤ ਕਰਮਾਂ ਦੇ ਵਿੱਚੋਂ, ਸੰਚਿਤ ਕਰਮ ਸਾਡੇ ਬਹੁਤ ਨੇ, ਉਹਨਾਂ ਵਿੱਚੋਂ ਕੁਝ ਕਰਮਾਂ ਦਾ ਫਲ ਸਾਨੂੰ ਦੇ ਕੇ ਸੰਸਾਰ ਵਿੱਚ ਭੇਜ ਦਿੱਤਾ ਜਾਂਦਾ। ਉਹਨਾਂ ਕਰਮਾਂ ਨੂੰ ਕਿਹਾ ਜਾਂਦਾ ਪ੍ਰਾਲਬਧ ਕਰਮ। ਉਹ ਪ੍ਰਾਲਬਧ ਕਰਮ ਵਿੱਚ ਜਿਹੜੇ 3 ਤਰ੍ਹਾਂ ਦੇ ਹੁੰਦਾ, ਜਾਤੀ, ਆਯੂ ਔਰ ਭੋਗ। ਇਹ ਚੀਜ਼ਾਂ ਅਸੀਂ 3 ਲੈ ਕੇ ਆਉਂਦੇ ਹਾਂ। ਜਾਤੀ ਤੋਂ ਮਤਲਬ ਕੋਈ ਬ੍ਰਾਹਮਣ ਸ਼ੂਦਰ ਵਾਲੀ ਜਾਤੀ ਨਹੀਂ। ਜਾਤੀ ਤੋਂ ਮਤਲਬ ਆ ਵੀ ਕਿਹੜੀ ਜੂਨ ਵਿੱਚ ਤੁਸੀਂ ਜਾਣਾ, ਕਿ ਤੁਸੀਂ ਮਨੁੱਖ ਬਣਨਾ, ਕਿ ਤੁਸੀਂ ਪੱਥਰ ਬਣਨਾ, ਹੋਰ ਜਿੰਨੀਆਂ ਵੀ 84 ਲੱਖ ਜੂਨੀਆਂ, ਇਹ ਜਾਤੀ ਵਿੱਚ ਆ ਗਿਆ। ਤੁਸੀਂ ਕਿਹਦੇ ਵਿੱਚ ਜਾਣਾ, ਤੇ ਤੁਸੀਂ ਕੀ ਦੇਵਤਾ ਵਿੱਚ ਜਾਣਾ, ਕਿ ਪ੍ਰੇਤ ਜੂਨੀ ਵਿੱਚ ਜਾਣਾ, ਮਨੁੱਖ ਜੂਨੀ ਵਿੱਚ ਜਾਣਾ। ਉਹ ਜਿਹੜਾ ਪੂਰਬਲੇ ਕਰਮਾਂ ਦਾ, ਜਿਹੜਾ ਆਪਣਾ ਸੰਚਿਤ ਕਰਮਾਂ ਵਿੱਚੋਂ ਸਾਡੇ ਪ੍ਰਾਲਬਧ ਕਰਮ ਬਣ ਗਏ, ਉਹਦਾ ਜਿਹੜਾ ਇਹ ਫਲ ਹੁੰਦਾ ਜਾਤੀ। ਦੂਸਰਾ ਹੈ ਆਯੂ। ਹਰ ਇੱਕ ਬੰਦਾ ਆਪਣੀ ਉਮਰ ਸਵਾਸ ਲਿਖਾ ਕੇ ਆਉਂਦਾ ਹੈ। ਕਈ ਮਾਂ ਦੇ ਗਰਭ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ, ਕਈ ਪੈਦਾ ਹੋ ਕੇ ਨਾਲ ਲੱਗਦਿਆਂ ਡੈਥ ਹੋ ਜਾਂਦੀ ਹੈ, ਕਈ 10 ਸਾਲ, ਕਈ 20 ਸਾਲ, ਕੋਈ 100 ਸਾਲ ਵੀ ਉਮਰ ਭੋਗਦੇ ਨੇ, ਉਸ ਤੋਂ ਵੀ ਜ਼ਿਆਦਾ। ਸੋ ਇਹ ਵੀ ਇਹ ਪ੍ਰਾਲਬਧ ਹੁੰਦੀ। ਤੀਸਰਾ ਜਿਹੜਾ ਆ ਗਿਆ ਭੋਗ। ਭੋਗ ਦੇ ਵਿੱਚ ਬਚਪਨ ਤੋਂ ਲੈ ਕੇ ਅਖੀਰ ਤੱਕ
ਉਹਨੂੰ ਵਧਾਇਆ ਘਟਾਇਆ ਜਾ ਸਕਦਾ, ਲੇਕਿਨ ਪਹਿਲਾਂ ਜਿਹੜਾ ਲਿਖਾ ਕੇ ਲੈ ਕੇ ਆਏ ਨਾ ਆਪਣੇ ਅਕਾਊਂਟ ਦੇ ਵਿੱਚ ਭੋਗ, ਉਹਦੇ ਵਿੱਚ ਆ ਗਿਆ ਇੱਕ ਤਾਂ ਧਨ, ਕਿੰਨਾ ਸਾਨੂੰ ਮਿਲਣਾ, ਉਹ ਅਸੀਂ ਲਿਖਾਇਆ ਹੁੰਦਾ। ਵਧਾ ਘਟਾ ਸਕਦੇ ਹਾਂ, ਇਹ ਅਲੱਗ ਟੌਪਿਕ ਹੈ, ਕਿਵੇਂ ਵਧੇਗਾ ਕਿਵੇਂ ਘਟੇਗਾ ਪਹਿਲਾਂ ਇਹ। ਫਿਰ ਭੋਗ ਦੇ ਵਿੱਚ ਸੁੱਖ ਤੇ ਦੁੱਖ, ਮਾਨ ਵਡਿਆਈਆਂ ਅਪਮਾਨ, ਰੋਗ ਸੋਗ ਤੰਦਰੁਸਤੀ, ਮਤਲਬ ਜੋ ਵੀ ਅਸੀਂ ਭੋਗਣਾ ਉਹ ਸਾਰਾ ਹੀ ਭੋਗਣ ਦਾ ਵੀ ਅਸੀਂ ਲਿਖਾ ਕੇ ਆਏ ਹੁੰਦੇ ਹਾਂ। ਵਧਾ ਘਟਾ ਸਕਦੇ ਹਾਂ, ਕਿਤੇ ਉਹ ਓਨਾ ਹੀ ਨਹੀਂ ਰਹਿਣਾ, ਉਹਨੂੰ ਗੁਰੂ ਦੀ ਜੁਗਤ ਦੇ ਨਾਲ ਵਧਾ ਵੀ ਸਕਦੇ ਹਾਂ ਤੇ ਘਟਾ ਵੀ ਸਕਦੇ ਹਾਂ। ਲੇਕਿਨ ਕਰਮ ਕਰਨ ਦੀ ਸਾਨੂੰ ਫਰੀ ਮਿਲੇ। ਪਿਛਲੀਆਂ ਚੀਜ਼ਾਂ ਅਸੀਂ ਨਾਲ ਲੈ ਕੇ ਆਏ ਹਾਂ, ਜਿਵੇਂ ਮਹਾਰਾਜ ਨੇ ਕਿਹਾ ਮਾਤ ਪਿਤਾ ਬਨਿਤਾ ਸੁੱਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਸੋ ਇਹ ਵੀ ਜਿਹੜੇ ਮਾਤਾ ਪਿਤਾ ਨੇ ਸਾਨੂੰ ਮਿਲੇ, ਪਤਨੀ ਮਿਲੀ, ਪਤੀ ਮਿਲਿਆ, ਭੈਣ ਭਰਾ ਮਿਲੇ, ਰਿਸ਼ਤੇਦਾਰ ਮਿਲੇ, ਪਿਆਰੇ ਮਿਲੇ, ਸਕੇ ਸੰਬੰਧੀ ਮਿਲੇ। ਇਹ ਕੌਣ ਨੇ? ਇਹਨਾਂ ਨਾਲ ਪਿਛਲੇ ਜਨਮਾਂ ਦੇ ਸਾਡੇ ਕਰਮਾਂ ਦੇ ਲੈਣੇ ਦੇਣੇ ਪਏ ਨੇ। ਔਰ ਅੰਤੇ ਕੋ ਨਾ ਸਹਾਈ, ਜਦੋਂ ਅਸੀਂ ਦੇਹ ਤਿਆਗ ਕੇ ਚਲ ਜਾਣੇ, ਇਹਨਾਂ ਨੇ ਫਿਰ ਵੀ ਕਿਸੇ ਨਾਲ ਸਾਡੇ ਨਾਲ ਸਹਾਈ ਨਹੀਂ ਹੋ ਪਾਣਾ। ਉਹਨਾਂ ਟਾਈਮ, ਜਿੰਨਾ ਟਾਈਮ ਸਾਡਾ ਇਹਨਾਂ ਦਾ ਕਾਰਮਿਕ ਅਕਾਊਂਟ ਪਿਆ, ਸਾਨੂੰ ਇਕੱਠੇ ਕੀਤਾ ਜਾਏਗਾ। ਅਸੀਂ ਦੁੱਖ ਵੀ ਦੇ ਸਕਦੇ ਹਾਂ, ਅਸੀਂ ਸੁੱਖ ਵੀ ਦੇ ਸਕਦੇ ਹਾਂ, ਸਾਡੀ ਫ੍ਰੀ ਵਿਲਿਆ ਨਾਲ। ਉਹ ਇਸੇ ਕਰਕੇ ਗੁਰੂ ਹੈ ਜੀਵਨ ਦੇ ਵਿੱਚ, ਇਸੇ ਕਰਕੇ ਗੁਰੂ ਦੀ ਬਾਣੀ ਹੈ। ਗੁਰੂ ਦੀ ਬਾਣੀ ਉਹਨੂੰ ਸਮਝ ਕੇ, ਉਹਨੂੰ ਵਿਚਾਰ ਕੇ ਫਿਰ ਉਹੋ ਜਿਹੇ ਕਰਮ ਕਰਨੇ ਨੇ, ਜਿਹੜਾ ਮਹਾਰਾਜ ਕਹਿੰਦੇ ਐਸੀ ਕਲਾ ਨਾ ਖੇਡੀਏ ਜਿਤ ਦਰਗਾਹ ਗਏ ਹਾਰ। ਏਦਾਂ ਦੀ ਕਲਾ ਨਾ ਖੇਡਿਓ, ਇਹੋ ਜਿਹੇ ਕਰਮ ਨਾ ਕਰਿਓ ਕਿ ਤੁਹਾਨੂੰ ਦਰਗਾਹ ਦੇ ਵਿੱਚ ਹਾਰਨਾ ਪੈ ਜਾਵੇ। ਤੇ ਤੇਰੇ ਨਾਂ ਹੀ ਰੱਤੇ ਸਿੱਜਣ ਗਏ, ਜਿਹੜੇ ਤੇਰੇ ਨਾਮ ਦੇ ਵਿੱਚ ਰੰਗ ਗਏ ਉਹ ਤਾਂ ਜਿੱਤ ਗਏ। ਹਾਰ ਗਏ ਸੇ ਠੱਗਣ ਵਾਲੇ, ਜਿਨ੍ਹਾਂ ਨੇ ਠੱਗੀਆਂ ਕੀਤੀਆਂ ਉਹ ਹਾਰ ਗਏ। ਜੀਵਨ ਮਿਲਿਆ ਵੱਡੇ ਭਾਗਾਂ ਦੇ ਨਾਲ। ਤੋ ਇਸ ਜੀਵਨ ਦੇ ਵਿੱਚ ਸੋ ਤਿੰਨ ਤਰ੍ਹਾਂ ਕਰਕੇ ਅਸੀਂ ਕਰਮ ਕਰਦੇ ਹਾਂ, ਮਨ ਕਰਕੇ, ਬਾਣੀ ਕਰਕੇ ਔਰ ਐਕਸ਼ਨਸ ਦੇ ਥਰੂ। ਮਨ ਮਤਲਬ ਅੰਦਰ ਜੋ ਸੋਚਦੇ ਹਾਂ, ਅੱਛਾ ਵੀ ਸੋਚਦੇ ਹਾਂ, ਬੁਰਾ ਵੀ ਸੋਚਦੇ ਹਾਂ, ਇਹ ਦੋਨੋਂ ਤਰ੍ਹਾਂ ਦੇ ਕਰਮ। ਬਾਣੀ ਸ਼ਬਦਾਂ ਤੋਂ ਅਸੀਂ ਗੰਦੇ ਵੀ ਬੋਲ ਸਕਦੇ ਹਾਂ, ਮਿੱਠੇ ਵੀ ਬੋਲ ਸਕਦੇ ਹਾਂ, ਸੁਖਦਾਈ ਵੀ ਬੋਲ ਸਕਦੇ ਹਾਂ, ਪੀੜਾ ਦੇਣ ਵਾਲੇ ਵੀ ਕਰ ਸਕਦੇ ਹਾਂ। ਐਕਸ਼ਨਸ ਜੋ ਪ੍ਰੈਕਟੀਕਲ ਕਰਮ ਅਸੀਂ ਕਰ ਹੀ ਲੈਂਦੇ, ਅੱਛੇ ਜਾਂ ਬੁਰੇ। ਸੋ ਇਹ ਤਿੰਨ ਤਰ੍ਹਾਂ ਨਾਲ ਅਸੀਂ ਕਰਮ ਕਰਦੇ ਹਾਂ, ਤਿੰਨ ਤਰ੍ਹਾਂ ਦੇ ਕਰਮ ਨੇ। ਹੁਣ ਅੱਗੇ ਉਹ ਹੈ ਵੀ ਇਹ ਜਿਹੜੇ ਕਰਮ ਨੇ, ਅੱਛੇ ਕਰਮ ਕਿਹੜੇ ਨੇ ਤੇ ਬੁਰੇ ਕਰਮ ਕਿਹੜੇ ਨੇ। ਅੱਛੇ ਕਰਮ ਸੱਤ ਵਿੱਚ ਰਹਿਣਾ, ਸੱਚਾ ਜੀਵਨ, ਨੇਕ ਅੱਛੇ ਆਚਰਣ ਵਾਲਾ ਜੀਵਨ, ਇਹ ਅੱਛਾ ਕਰਮ ਹੈ। ਸਬਰ ਸੰਤੋਖ ਵਿੱਚ ਰਹਿਣਾ, ਦਇਆ ਰੱਖਣੀ ਅੰਦਰ, ਧਰਮ ਮਤਲਬ ਰੱਬੀ ਕਾਨੂੰਨਾਂ ਨੂੰ ਫੋਲੋ ਕਰਨਾ, ਸਤ ਸੰਤੋਖ ਦਇਆ ਧਰਮ ਧੀਰਜ ਪੇਸ਼ੈਂਸ ਰੱਖਣੀ, ਇਹ ਅੱਛੇ ਕਰਮ ਨੇ। ਫਿਰ ਕਿਸੇ ਦੀ ਹੈਲਪ ਕਰ ਦੇਣੀ, ਦਾਨ ਪੁੰਨ ਕਰ ਦੇਣਾ, ਆਪਣਾ ਦਸਵੰਧ ਕੱਢਣਾ, ਜੋ ਜੋ ਗੁਰੂ ਮਹਾਰਾਜ ਨੇ ਕਿਹਾ ਉਹੋ ਜਿਹਾ ਜਿਹੜਾ ਹੈ ਭਲਾ ਹੀ ਮੰਗਣਾ ਸਭ ਦਾ। ਕਿਸੇ ਨੂੰ ਅਗਰ ਦੁੱਖ ਆਇਆ ਤਾਂ ਉਹਦੇ ਵਿੱਚ ਖੁਸ਼ ਨਹੀਂ ਹੋਣਾ, ਉਹਦਾ ਭਲਾ ਮੰਗਣਾ, ਉਹਦੇ ਲਈ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਜੀ ਕਿਰਪਾ ਕਰੋ, ਇਹਨੂੰ ਦੁੱਖ ਵਿੱਚੋਂ ਵੀ ਕੱਢੋ, ਇਹਦਾ ਭਲਾ ਵੀ ਹੋਵੇ, ਇਹਦਾ ਕਲਿਆਣ ਵੀ ਹੋਵੇ। ਇਹ ਅੱਛੇ ਕਰਮਾਂ ਚ ਆ ਗਿਆ। ਨਾਮ ਜਪਣਾ, ਬੰਦਗੀ ਕਰਨੀ, ਆਪਣੀ ਰੂਹ ਨੂੰ ਸਾਫ਼ ਕਰਨਾ, ਜਿਹੜੀਆਂ ਮੈਲਾਂ ਜੜੀਆਂ ਨੇ ਮਨ ਨੂੰ ਸਾਫ਼ ਕਰਨਾ, ਇਹ ਸਭ ਅੱਛੇ ਕਰਮ ਨੇ। ਬੰਦਗੀ ਕਰਨੀ। ਤੇ ਬੁਰੇ ਕਰਮ ਆ ਗਏ, ਚੋਰੀ ਕਰਨੀ, ਯਾਰੀ ਕਰਨੀ, ਠੱਗੀ ਕਰਨੀ, ਪੰਜ ਵਿਕਾਰਾਂ ਵਿੱਚ ਆ ਕੇ ਸਾਰੇ ਹੀ ਕੀਤੇ ਕਰਮ। ਸੋ ਕਈਆਂ ਚ ਮੋਹ ਜ਼ਿਆਦਾ ਹੁੰਦਾ, ਉਹ ਵੀ ਬੁਰੇ ਚ ਲਿਖਿਆ ਜਾਂਦਾ, ਕਿਉਂਕਿ ਸਾਨੂੰ ਹੋਰ ਬਣ ਲੈਂਦਾ ਹੈ। ਮੋਹ ਵਿੱਚ ਰੱਬ ਨਹੀਂ ਯਾਦ ਰਹਿੰਦਾ, ਉਹਦੇ ਚ ਹੀ ਅਸੀਂ ਫਸੇ ਰਹਿ ਜਾਂਦੇ ਹਾਂ। ਕਈ ਕਾਮ ਵਿਕਾਰ ਬਹੁਤ ਜ਼ਿਆਦਾ ਹੁੰਦਾ, ਤਾਂ ਵਾਸਨਾ ਵਿੱਚ ਹੀ ਆਪਣੀ ਸਾਰੀ એનર્ਜੀ ਲਾਈ ਜਾ ਰਹੀ ਹੈ। ਰੱਬ ਨਹੀਂ ਚੇਤੇ ਆਉਂਦਾ, ਉਹਦਾ ਡਰ ਨਹੀਂ ਆਉਂਦਾ, ਉਹਦਾ ਭੈ ਨਹੀਂ ਆਉਂਦਾ। ਕਾਮ ਕ੍ਰੋਧ ਗੁੱਸਾ ਖਾਂਦਾ ਸਾਨੂੰ, ਕਾਮ ਕ੍ਰੋਧ ਕਾਇਆ ਕੋ ਗੱਲ, ਇਹ ਬੜੇ ਜ਼ਬਰਦਸਤ ਇਹ ਬਿਮਾਰੀਆਂ ਨੇ, ਇਹ ਰੋਗ ਨੇ, ਇਹ ਮਾੜੇ ਕਰਮ ਨੇ। ਕਾਮ ਕ੍ਰੋਧ ਲੋਭ ਮੋਹ ਹੋ ਗਿਆ, ਹੰਕਾਰ ਹੋ ਗਿਆ, ਮੈਂ ਇਹਦੇ ਪਿੱਛੇ ਤੁਸੀਂ ਦੇਖੋ। ਔਰ ਕਦੀ ਵੀ ਜਿਹੜਾ ਅਸੀਂ ਜਿੰਨਾ ਹੰਕਾਰ ਵਿੱਚ ਹੁੰਦੇ ਆ ਨਾ, ਉਹ ਅਸੀਂ ਖੁਦ ਪਹਿਲਾਂ ਦੁਖੀ ਹੁੰਦੇ, ਉਹੀ ਬੰਦਾ ਫਿਰ ਹੰਕਾਰ ਵਿੱਚ ਦੂਸਰੇ ਨਾਲ ਵੀ ਮੈਂ ਕਰਕੇ ਬੋਲਦਾ, ਤਾਂ ਉਹ ਵੀ ਇਹ ਸਾਰੇ ਇਹ ਪਾਪ ਕਰਮ ਨੇ। ਚੋਰੀ ਕਰ ਦੇਣੀ, ਧੋਖਾ ਦੇ ਦੇਣਾ, ਬੇਈਮਾਨੀ ਕਰਨੀ, ਕਿਸੇ ਦਾ ਹੱਕ ਖੋਹ ਲੈਣਾ, ਮਰਡਰ ਤੱਕ ਕਰ ਦੇਣਾ, ਇਹ ਸਾਰਾ ਕੁਛ, ਇਹ ਸਾਰਾ ਹੈ, ਇਹ ਬੁਰੇ ਕਰਮ ਨੇ। ਸੋ ਅੱਛੇ ਕਰਮ ਜਿਹੜੇ ਨੇ, ਇਹਨਾਂ ਦਾ ਫਲ ਹੈ ਸੁੱਖ, ਬੁਰੇ ਕਰਮਾਂ ਦਾ ਫਲ ਹੈ ਦੁੱਖ। ਇੱਕ ਹੈ ਮਿਸ਼ਰਿਤ ਕਰਮ, ਵੀ ਕੁਛ ਚੰਗੇ ਤਾਂ ਕੁਛ ਬੁਰੇ, ਇਦਾਂ ਹੀ ਅਸੀਂ ਕਰਦੇ ਹਾਂ ਨਾ ਜੀਵਨ ਭਰ, ਕਦੀ ਚੰਗੇ ਕਰ ਲਿਆ, ਕਦੀ ਬੁਰੇ ਕਰ ਲਿਆ, ਇਹਨਾਂ ਦਾ ਫਲ ਵੀ ਫਿਰ ਮਿਕਸ ਹੀ ਮਿਲੇਗਾ, ਕਦੀ ਦੁੱਖ ਤੇ ਕਦੀ ਸੁੱਖ।
ਇਸ ਤੋਂ ਉੱਪਰ ਹੈ। ਇਹਨਾਂ ਤਿੰਨਾਂ ਨੂੰ ਸਕਾਮ ਕਰਮ ਕਿਹਾ ਜਾਂਦਾ। ਸਕਾਮ ਕਰਮ, ਸਕਾਮ ਕਰਮ ਮਤਲਬ ਜਿਹਦੇ ਪਿੱਛੇ ਸਾਡੀ ਕਾਮਨਾ ਆ। ਸੋ ਅਸੀਂ ਜਿਵੇਂ ਧਨ ਕਮਾਉਂਦੇ ਹਾਂ, ਮਿਹਨਤ ਕਰਦੇ ਹਾਂ, ਕਿਰਤ ਕਰਦੇ ਹਾਂ, ਜੋਬ ਕਰਦੇ, ਬਿਜ਼ਨਸ ਕਰਦੇ, ਕਰਨਾ ਆ। ਉਹਦੇ ਪਿੱਛੇ ਸਾਡੀ ਕਾਮਨਾ ਹੁੰਦੀ ਆ ਵੀ ਮੈਂ ਸੁੱਖ ਭੋਗੂੰਗਾ, ਮੈਂ ਘਰ ਲਊਂਗਾ, ਕੱਪੜੇ ਲਊਂਗਾ, ਸਾਰਾ ਕੁਛ ਆਪਣਾ ਜੀਵਨ ਦੇ ਬਸਰ ਦੇ ਲਈ ਹੈ, ਪਿੱਛੇ ਇਹਦੇ ਕਾਮਨਾ ਹੀ ਆ। ਇਹ ਸਕਾਮ ਕਰਮ ਆ, ਕਾਮਨਾ। ਫਿਰ ਅੱਛੇ ਕਰਮ ਕਰਨ ਦੇ ਪਿੱਛੇ ਜਿਵੇਂ ਦਾਨ ਪੁੰਨ ਕੀਤਾ, ਕਿਸੇ ਦੀ ਹੈਲਪ ਕੀਤੀ, ਸਾਰਾ ਕੁਛ ਕੀਤਾ, ਬੰਦਗੀ ਕੀਤੀ, ਨਾਮ ਜਪਿਆ, ਇਹਦੇ ਪਿੱਛੇ ਵੀ ਅਗਰ ਕਾਮਨਾ ਆ ਕਿ ਮੇਰੇ ਸੰਸਾਰਿਕ ਕੰਮ ਬਣ ਜਾਣ, ਮੇਰੀ ਆਹ ਇੱਛਾ ਪੂਰੀ ਹੋ ਜਾਵੇ, ਇਹ ਵੀ ਸਕਾਮ ਕਰਮ ਨੇ। ਸੋ ਬੁਰੇ ਕਰਮਾਂ ਦੇ ਪਿੱਛੇ ਵੀ ਕਾਮਨਾ ਆ ਵੀ ਧੋਖਾ ਦਊਂਗਾ, ਮੈਨੂੰ ਆਹ ਮਿਲੂਗਾ, ਬੇਈਮਾਨੀ ਕਰੂੰਗਾ, ਆਹ ਮਿਲੂਗਾ, ਕਾਮ ਵਿਕਾਰ ਚ ਮੈਨੂੰ ਸੁੱਖ ਮਿਲੂਗਾ, ਵਾਸਨਾ ਦਾ, ਉਹ ਇਹ ਸਾਰੇ ਜਿਹੜੇ ਨੇ ਇਹ ਹੈ, ਇਹਨਾਂ ਨੂੰ ਤਿੰਨਾਂ ਨੂੰ ਸਕਾਮ ਕਰਮ ਗਿਣਿਆ ਜਾਂਦਾ। ਔਰ ਇਹ ਤਿੰਨੋਂ ਹੀ ਕਰਮ ਸਾਨੂੰ ਬੰਨ ਲੈਂਦੇ ਨੇ। ਅੱਛੇ ਕਰਮ ਵੀ ਸਾਨੂੰ ਬੰਨਦੇ ਨੇ, ਬੁਰੇ ਕਰਮ ਵੀ ਸਾਨੂੰ ਬੰਨਦੇ ਨੇ। ਤੋ ਮਿਸ਼ਰਤ ਜਿਹੜੇ ਮਿਕਸ ਆ ਇਹ ਸਾਨੂੰ ਬੰਨਦੇ ਹੀ ਬੰਨਦੇ। ਆਜ਼ਾਦੀ ਫਿਰ ਕਿੱਥੋਂ ਮਿਲਦੀ ਆ? ਨਿਸ਼ਕਾਮ ਕਰਮਾਂ ਦੀ। ਨਿਸ਼ਕਾਮ ਕਰਨ ਦਾ ਮਤਲਬ ਪੈਸਾ ਵੀ ਅਸੀਂ ਕਮਾਉਣਾ, ਘਰ ਵੀ ਬਣਾਉਣਾ, ਕੱਪੜੇ ਵੀ ਲੈਣੇ, ਰੋਟੀ ਵੀ ਖਾਣੀ ਹੈ, ਸਰੀਰ ਨੂੰ ਚਲਾਉਣਾ ਆ, ਸਭ ਕੁਛ ਹੈ। ਪਰ ਉਹਦੇ ਪਿੱਛੇ ਜਿਹੜਾ ਹੈ ਵੀ ਮੈਂ ਕੀਤਾ, ਮੈਂ ਕਰਦਾ ਨਹੀਂ, ਉਹਦੇ ਪਿੱਛੇ ਬੜੀ ਗਹਿਰੀ ਸੋਚ ਕੰਮ ਕਰਦੀ। ਜਦੋਂ ਬਿਲਕੁਲ ਬਾਣੀ ਨੂੰ ਅਸੀਂ ਨੇੜੇ ਹੋ ਕੇ ਸਮਝਣ ਲੱਗ ਜਾਂਦੇ ਆ ਨਾ, ਜਦੋਂ ਗੁਰੂ ਮਹਾਰਾਜ ਸਾਨੂੰ ਗਿਆਨ ਦਿੰਦੇ ਨੇ, ਫਿਰ ਪਤਾ ਲੱਗਾ ਤਨ ਵੀ ਤੇਰਾ ਹੀ ਦਿੱਤਾ ਹੋਇਆ। ਅੰਦਰ ਜਿਹੜਾ ਸਾਡੀ ਸੋਚ ਆ ਉਹ ਵੀ ਤੇਰੇ ਨੇ, ਜਿਹੜੇ ਪ੍ਰਾਣ ਦਿੱਤੇ ਨੇ ਉਹ ਵੀ ਤੂੰ ਹੀ ਦਿੱਤੇ ਹੋਏ ਨੇ, ਹੈਨਾ। ਸਾਰਾ ਕੁਝ ਤਾਂ ਤੂੰ ਦਿੱਤਾ ਹੋਇਆ। ਇਹ ਸੰਸਾਰ ਵੀ ਤੇਰਾ, ਅਗਰ ਇੱਥੇ ਕਮਾਉਣ ਦਾ ਸਾਰਾ ਜ਼ਰੀਆ ਬਣਾਇਆ ਉਹ ਵੀ ਤੂੰ ਹੀ ਬਣਾਇਆ। ਫਿਰ ਉਹ ਸ਼ੁਕਰ ਵੀ ਤੂੰ ਹੀ ਕਰਦਿਆਂ ਵੀ ਸ਼ੁਕਰ ਹੈ ਮੈਨੂੰ ਕਿਰਤ ਕਮਾਈਆਂ ਬਖਸ਼ ਦਿੱਤੀਆਂ ਵਾਹਿਗੁਰੂ ਜੀ, ਸ਼ੁਕਰ ਹੈ ਤੈਨੂੰ ਮਿਲਣ ਦੇ ਲਈ ਮੈਨੂੰ ਜੀਵਨ ਦਿੱਤਾ, ਸ਼ੁਕਰ ਹੈ ਕਿਰਤ ਕਮਾਈਆਂ ਬਖਸ਼ੀਆਂ, ਮੈਂ ਆਪਣਾ ਢਿੱਡ ਭਰ ਸਕਦਾ, ਕਿਸ ਤੋਂ ਮੰਗਣਾ ਨਹੀਂ ਪੈ ਰਿਹਾ। ਉਲਟਾ ਤੂੰ ਇੰਨੀ ਕਿਰਪਾ ਕਰ ਦਿੱਤੀ, ਵੰਡ ਕੇ ਵੀ ਛਕਿਆ ਜਾ ਰਿਹਾ। ਸੋ ਮੈਂ ਨਹੀਂ ਵੰਡ ਰਿਹਾ ਵਾਹਿਗੁਰੂ, ਇਹ ਤੇਰਾ ਹੀ ਦਿੱਤਾ। ਸੋ ਇਹ ਮੈਂ ਤੋਂ ਤੂੰ ਦੀ ਯਾਤਰਾ ਜਦੋਂ ਸ਼ੁਰੂ ਹੁੰਦੀ ਨਾ, ਉਦੋਂ ਕਰਮ ਜਿਹੜੇ ਨੇ ਨਿਸ਼ਕਾਮ ਹੋਣੇ ਸ਼ੁਰੂ ਹੁੰਦੇ ਨੇ। ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਜਿਹੜਾ ਨਿਸ਼ਕਾਮ ਭਾਵਨਾ ਦੇ ਨਾਲ ਕਰਮ ਕਰ ਰਿਹਾ ਉਹਨੂੰ ਪਰਮਾਤਮਾ ਮਿਲ ਜਾਊਗਾ। ਪਰ ਇਹ ਸੌਖੀ ਖੇਡ ਨਹੀਂ, ਹਰ ਗੱਲ 'ਚ ਸਾਡੀ ਮੈਂ ਖੜੀ ਹੈ ਸੰਗਤ ਜੀ। ਸਾਨੂੰ ਪਤਾ, ਪਹਿਲੀ ਗੱਲ ਤਾਂ ਅਸੀਂ ਅੱਛੇ ਹੀ ਕਰਮ ਨਹੀਂ ਕਰ ਰਹੇ, ਮਿਕਸ ਨੇ ਸਾਡੇ, ਅੱਛੇ ਔਰ ਬੁਰੇ ਮਿਕਸ ਚੱਲ ਰਹੇ ਆ, ਸਾਡਾ ਸਭ ਦਾ ਇਹੀ ਹਾਲ ਹੈ। ਫਿਰ ਇਹ ਨਿਸ਼ਕਾਮ ਕਰਮ ਵਾਲਾ ਜਿਹੜਾ ਗੁਰਬਾਣੀ ਅਨੁਸਾਰ ਆ, ਸਾਡੇ ਮੁਤਾਬਕ ਨਹੀਂ, ਅਸੀਂ ਤਾਂ ਆਪਣੇ ਆਪ ਨਿਸ਼ਕਾਮ ਹੀ ਸਮਝਦੇ ਹੁੰਦੇ ਹਾਂ। ਜਿਹੜਾ ਗੁਰਬਾਣੀ ਵਿੱਚ ਨਿਸ਼ਕਾਮ ਕਰਮ, ਉੱਥੇ 100% ਸ਼ੁੱਧ ਪਿਓਰ ਕਰਮ, ਔਰ ਉਹ ਵੀ ਸਾਰੇ ਸਰੈਂਡਰ ਹੋ ਗਏ, ਉਹ ਨਿਸ਼ਕਾਮ ਕਰਮ ਨੇ। ਬਹੁਤ ਉੱਚੀ ਪਰਿਭਾਸ਼ਾ, ਪਰ ਐਸੀ ਕੋਈ ਗੱਲ ਨਹੀਂ ਆ। ਇਹ ਸਾਡੇ ਲਈ ਬਣਾਈਆਂ ਨੇ ਮਹਾਰਾਜ ਜੀ ਨੇ ਬਾਣੀ, ਸਾਡਾ ਹੀ ਜੀਵਨ ਇਹੋ ਜਿਹਾ ਹੋਣਾ ਚਾਹੀਦਾ। ਤੋ ਅੱਜ ਤੋਂ ਹੀ ਆਪਣੇ ਆਪ ਨੂੰ ਅਗਰ ਅਸੀਂ ਬਦਲਣਾ ਚਾਹੀਏ, ਇਹ ਮੰਨਿਆ, ਇਹਨੂੰ ਜਿੱਧਰ ਮਰਜ਼ੀ ਲਾ ਲਓ। ਕਿਹਾ ਸੀ ਨਾ, ਬੁੱਲਿਆ ਰੱਬ ਦਾ ਕੀ ਪਾਣਾ, ਇੱਧਰੋਂ ਪਟਣਾ ਤੇ ਇੱਧਰੋਂ ਲਾਣਾ। ਇਹ ਮਨ ਜਿਹੜਾ ਸੰਸਾਰ ਵੱਲ ਨੂੰ ਹੋਇਆ ਸੀ, ਇਹਨੂੰ ਚੱਕ ਕੇ ਅੰਤਰਮੁਖੀ ਰੱਬ ਵੱਲ ਨੂੰ ਕਰ ਲੈਣਾ, ਤੇ ਉਹ ਰੱਬ ਪਾਇਆ ਜਾ ਸਕਦਾ। ਰੱਬ ਪਾਣ ਦਾ ਮਤਲਬ ਅੰਦਰ ਸਾਡੇ ਉਹ ਸੱਚ ਜਿਹੜਾ ਹੈ ਹੀ, ਉਹ ਸਾਡੇ ਅੰਦਰ ਜਿਹੜਾ ਜਾਗਰਤ ਹੋਏ ਪਏ। ਤੋ ਸਾਨੂੰ ਸੰਗਤ ਜੀ ਜੀਵਨ ਮਿਲਿਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਜੀ ਨੂੰ ਮਿਲਣ ਦੇ ਲਈ ਸਾਨੂੰ ਇਹ ਮਨੁੱਖਾਂ ਦੀ ਹੀ ਮਿਲੀ ਹੈ। ਰੋਜ਼ ਅਸੀਂ ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਪਰ ਪੜ੍ਹ ਲੈਂਦੇ ਹਾਂ, ਸਾਨੂੰ 24 ਘੰਟੇ 'ਚ ਯਾਦ ਹੀ ਨਹੀਂ ਰਹਿੰਦਾ ਬਈ ਤੂੰ ਤਾਂ ਗੋਬਿੰਦ ਜੀ ਨੂੰ ਮਿਲਣੇ ਆਇਆ। ਸਾਨੂੰ ਇੰਨਾ ਪਤਾ ਸੀ ਪਾਠ ਕਰਨਾ, ਅਸੀਂ ਬਾਣੀਆਂ ਪੜ੍ਹਨੀਆਂ, ਸੰਗਤ ਵਿੱਚ ਜਾਣਾ, ਪਰ ਉਹਦੇ ਪਿੱਛੇ ਸਕਾਮ ਭਾਵ, ਸਾਡੇ ਸਕਾਮ ਕਰਮ, ਮੇਰਾ ਆਹ ਕੰਮ ਬਣੇਗਾ, ਮੇਰਾ ਆਹ ਕਸ਼ਟ ਦੂਰ ਹੋ ਜਾਏਗਾ, ਮੇਰੇ ਬੱਚੇ ਦਾ ਉਹ ਬਣੇਗਾ, ਉਹ ਬਸ ਇਹਦੇ ਵਿੱਚ ਸਾਨੂੰ ਇਹ ਨਹੀਂ ਯਾਦ ਰਹਿੰਦਾ ਕਿ ਗੋਬਿੰਦ ਜੀ ਨੂੰ ਮਿਲਣ ਦੇ ਲਈ ਅਸੀਂ ਇਹ ਸਾਰੇ ਕਰਮ ਕਰਨੇ ਨੇ। ਔਰ ਜਿਹੜਾ ਏਦਾਂ ਗੋਬਿੰਦ ਜੀ ਅੱਗੇ ਸਰੈਂਡਰ ਕਰਕੇ ਚੱਲਦਾ ਨਾ, ਉਹਦੇ ਜੀਵਨ ਵਿੱਚ ਵੀ ਕਸ਼ਟ, ਰੋਗ, ਵਿਘਨ, ਜਨਮਾਂ ਦਾ ਪਤਾ ਨਹੀਂ ਅਸੀਂ ਕੀ ਕੁਛ ਬੀਜਿਆ, ਉਹ ਆਉਂਦਾ ਆ ਸਾਰਾ ਕੁਛ। ਲੇਕਿਨ ਉਹ ਗੋਬਿੰਦ ਜੀ ਦੇ ਨਾਲ ਚਿੱਤ ਜੋੜ ਕੇ ਉਸ ਸਮੇਂ ਵਿੱਚੋਂ ਬਾਹਰ ਨਿਕਲ ਜਾਂਦਾ, ਬਾਕੀ ਆਪਾਂ ਫਸੇ ਰਹਿ ਜਾਂਦੇ। ਸੋ ਹੁਣ ਪਹਿਲਾਂ ਆਪਾਂ ਕਰੀਏ ਵੀ ਧਰਮਰਾਜ ਦੀ ਗੱਲ ਕੀ ਕੀਤੀ ਗੁਰੂ ਮਹਾਰਾਜ ਨੇ, ਜਿਹੜਾ ਆਪਾਂ ਸਾਡੇ ਸਿਆਣੇ ਬਜ਼ੁਰਗ ਸਾਨੂੰ ਕਹਿੰਦੇ ਆਏ, ਭਾਈ ਮਾੜੇ ਕੰਮ ਨਾ ਕਰੋ, ਧਰਮਰਾਜ ਦੇਖਦਾ ਸਜ਼ਾ ਦਊਗਾ, ਵੀ ਚੰਗੇ ਕੰਮ ਕਰੋ, ਵੀ ਅਗਲਾ ਜੀਵਨ ਜਿਹੜਾ ਅੱਛਾ ਮਿਲੂਗਾ, ਵਧੀਆ ਮਿਲੂਗਾ, ਇਹਦੇ ਵਿੱਚ ਵੀ ਸੁੱਖ ਤਾਂ ਅਗਲੇ ਜਨਮ ਵਿੱਚ ਵੀ ਸੁੱਖ। ਤੋ ਬਾਣੀ ਦੇ ਵਿੱਚ ਧਰਮਰਾਜ ਬਾਰੇ ਕੀ ਕਿਹਾ, ਮਹਾਰਾਜ ਜੀ ਕਹਿੰਦੇ ਨੇ ਕਿ ਧਰਮਰਾਜ ਨੂੰ ਹੁਕਮ ਹੈ, ਵੈ ਸੱਚਾ ਧਰਮ ਵਿਚਾਰ।
ਮਤਲਬ ਧਰਮਰਾਜ ਨੂੰ ਪਰਮਾਤਮਾ ਨੇ ਹੀ ਅਪਾਇੰਟ ਕੀਤਾ। ਧਰਮਰਾਜ ਨੂੰ ਹੁਕਮ ਹੈ, ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਮ ਮਨ ਉਪਜੈ, ਮਨ ਜਪੇ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਹੁਣ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਧਰਮਰਾਜ ਹੈ ਨਾ, ਇਹਨੂੰ ਹੁਕਮ ਆ ਪਰਮਾਤਮਾ ਦਾ। ਉਹਨੂੰ ਕੀ ਹੁਕਮ ਆ ਵੀ ਉਹਨੇ ਕਿਹਾ ਇੱਕ ਗੱਲ ਆਪਣੇ ਅੰਦਰ ਬਿਠਾ ਲਾ, ਇਹ ਤੈਨੂੰ ਇਹ ਹੁਕਮ ਹੈ ਕਿ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹੜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨੂੰ ਧਿਆਉਂਦੇ ਨੇ, ਵਿਕਾਰਾਂ ਵਿੱਚ ਫਿਰਦੇ ਨੇ, ਵਾਸਨਾਵਾਂ ਵਿੱਚ ਫਿਰ ਰਹੇ ਨੇ, ਉਹ ਤੇਰੇ ਅੰਡਰ ਨੇ, ਇਹ ਤੇਰੀ ਸਰਕਾਰ, ਤੇਰਾ ਇੱਥੇ ਰੋਲ ਚੱਲੂਗਾ। ਲੇਕਿਨ ਜਿਹੜੇ ਅਧਿਆਤਮੀ ਨੇ, ਜਿਹੜੇ ਪਰਮਾਤਮਾ ਨੂੰ ਜਪਦੇ ਨੇ, ਪਰਮਾਤਮਾ ਨੂੰ ਮੰਗਦੇ ਨੇ, ਪਰਮਾਤਮਾ ਨੂੰ ਧਿਆਉਂਦੇ ਸਾਰੇ ਹੀ ਆਪਾਂ, ਲੇਕਿਨ ਜਿਨ੍ਹਾਂ ਦੀ ਮੰਗ ਪਰਮਾਤਮਾ ਨੂੰ ਮਿਲਣ ਦੀ ਹੈ, ਉਹਨਾਂ ਲਈ ਮਹਾਰਾਜ ਜੀ ਕਹਿੰਦੇ ਨੇ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ। ਜਿਨ੍ਹਾਂ ਦਾ ਮਨ ਇੱਕ ਪਰਮਾਤਮਾ ਨੂੰ ਜਪਦਾ, ਜਿਹੜੇ ਅਧਿਆਤਮੀ ਨੇ, ਉਹਨਾਂ ਲਈ ਕੀ ਹੁਕਮ ਹੈ? ਤਿੰਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਉਹਨਾਂ ਦੀ ਸੇਵਾ ਕਰੂਗਾ ਧਰਮਰਾਜ, ਬਾਕੀਆਂ ਨੂੰ ਬੰਨ ਲਊਗਾ। ਇਹ ਚੰਗੇ ਕੰਮ ਕੀਤੇ ਆ ਫਲ, ਮਾੜੇ ਕੀਤੇ ਧਰਮਰਾਜ ਦੀ ਡਿਊਟੀ ਲਗਾ ਦਿੱਤੀ। ਔਰ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਨੇ, ਪਰਮਾਤਮਾ ਨੂੰ ਮੰਗਦੇ ਨੇ, ਉਹਨਾਂ ਦਾ ਧਰਮਰਾਜ ਪਤਾ ਕਿੱਦਾਂ ਵੈਲਕਮ ਕਰਦਾ? ਉਹ ਕਹਿੰਦਾ ਰੇ ਰੇ ਦਰਗਹਿ ਕਹੇ ਨਾ ਕਹੋ, ਆਓ ਬੈਠੋ ਆਦਰ ਸ਼ੁਭ ਦਿਓ। ਆਓ ਜੀ, ਬੈਠੋ ਜੀ। ਉਹਨਾਂ ਨੂੰ ਕੋਈ ਦਰਗਾਹ ਚ ਰੇ ਨਹੀਂ ਕਰ। ਦੂਸਰਿਆਂ ਨੂੰ ਤਾਂ ਕਹਿੰਦੇ ਅਰੇ ਪਰੇ ਹੋ, ਇੰਨੇ ਮਾੜੇ ਕਰਮ ਕੀਤੇ, ਇਹਨੂੰ ਸੁੱਟੋ ਨਰਕਾਂ ਚ, ਆਹ ਦੁੱਖ ਲਿਖੋ, ਉਹ ਕਰੋ। ਲੇਕਿਨ ਜਿਹੜੇ ਅਧਿਆਤਮੀ ਨੇ, ਸਹੀ ਮੈਨੇ ਜਿਹੜੇ ਬਿਲਕੁਲ ਜਿਨ੍ਹਾਂ ਦੇ ਪ੍ਰਾਣਾਂ ਤੱਕ ਮੰਗਿਆ, ਸਿਰਫ ਇੱਕ ਇਸੇ ਜੀਵਨ ਵਿੱਚ ਮੈਨੂੰ ਗੋਬਿੰਦ ਜੀ ਤੁਸੀਂ ਮਿਲ ਲਓ, ਮੇਰੀਆਂ ਭੁੱਲਾਂ ਬਖਸ਼ ਦਿਓ, ਮੇਰੇ ਪਾਪ ਬਖਸ਼ ਲਓ, ਮੈਨੂੰ ਸਮੱਤ ਬਖਸ਼ੋ। ਉਹ ਜਿਹੜੀ ਇਸ ਤਰ੍ਹਾਂ ਦੀ ਰੂਹ ਆ, ਉਹਨੂੰ ਤਾਂ ਦਰਗਾਹ ਵਿੱਚ ਫਿਰ ਧਰਮਰਾਜ ਵੀ ਉਹਦਾ ਸਤਿਕਾਰ ਕਰਦਾ, ਰੇ ਨਹੀਂ ਕਿਹਾ ਜਾਂਦਾ। ਸੋ ਇਹ ਧਰਮਰਾਜ ਕਦੋਂ ਪਰਮਾਤਮਾ ਨੇ ਸਾਡੇ ਨਾਲ ਛੱਡ ਦਿੱਤਾ? ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਜੀ ਉਪਾਇ ਕਹਿ, ਲਿਖ ਲਾਵੇ ਲਿਖ ਨਾਵੇ ਧਰਮ ਬਹਾਲਿਆ। ਤੇ ਜਦੋਂ ਜੀ ਪੈਦਾ ਕੀਤਾ ਪਰਮਾਤਮਾ ਨੇ, ਨਾਲ ਹੀ ਉਹਦੇ ਧਰਮਰਾਜ ਜਿਹੜਾ ਬਿਠਾ ਦਿੱਤਾ। ਨਾਨਕ ਜੀ ਉਪਾਇ ਕਹਿ, ਲਿਖ ਲਾਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਹੁਣ ਧਰਮਰਾਜ ਨੂੰ ਫਿਰ ਕੀ ਡਿਊਟੀ ਕਰਤੀ? ਪਰਮਾਤਮਾ ਨੇ ਕੀ ਹੁਕਮ ਲਾ ਦਿੱਤਾ? ਜਿਹੜੇ ਸੱਚੇ ਨੇ ਉਹਨਾਂ ਦਾ ਨਿਬੇੜਾ ਹੋਣਾ ਆ, ਤੇ ਦੂਸਰੇ ਜਿਹੜੇ ਮਾੜੇ ਕਰਮਾਂ ਵਾਲੇ ਆ ਤੂੰ ਅਲੱਗ ਕੱਢ ਲਈ। ਥਾਂ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੂਜੇ ਕਾਲਿਆ। ਜਿਹੜੇ ਕੂੜ ਕੰਮ ਕਰਦੇ ਨੇ, ਝੂਠ ਵਾਲੇ ਕੰਮ ਕਰਦੇ ਨੇ, ਵਿਕਾਰਾਂ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਥਾਂ ਨਹੀਂ ਮਿਲਣੀ ਰੱਬ ਦੀ ਦਰਗਾਹ ਵਿੱਚ, ਉਹਨਾਂ ਨੂੰ ਅਲੱਗ ਕੱਢ ਲਿਆ ਜਾਣਾ। ਤੇਰੇ ਨਾਏ ਰੱਤੇ ਸੇਜਣ ਗਏ। ਜਿਹੜੇ ਤੇਰੇ ਨਾਮ ਵਿੱਚ ਰੰਗੇ ਹੋਏ ਨੇ ਉਹ ਜਿੱਤ ਜਾਂਦੇ ਨੇ ਸੰਸਾਰ ਵਿੱਚੋਂ, ਹਾਰ ਗਏ ਸੇ ਠੱਗਣ ਵਾਲੇ। ਜਿਹੜੇ ਠੱਗੀਆਂ ਕਰਦੇ ਨੇ ਉਹ ਹਾਰ ਜਾਂਦੇ ਨੇ। ਲਿਖ ਲਾਵੇ ਧਰਮ ਬਹਾਲਿਆ। ਇਹ ਪਰਮਾਤਮਾ ਨੇ ਧਰਮਰਾਜ ਸਾਡੇ ਨਾਲ ਅਪਾਇੰਟ ਕਰ ਦਿੱਤਾ। ਉਹਦਾ ਸਿਸਟਮ ਲਾ ਲਓ, ਸਾਨੂੰ ਸਮਝਾਉਣ ਨੂੰ ਧਰਮਰਾਜ ਕਹਿ ਦਿੱਤਾ ਹੋਵੇ। ਧਰਮਰਾਜ ਕੋਈ ਬੰਦਾ ਨਹੀਂ, ਜਾਂ ਬੰਦਾ ਹੈ, ਇਹਦੇ ਚ ਨਹੀਂ ਅਸੀਂ ਪੈਣਾ। ਮਤਲਬ ਇਹ ਹੈ ਕਿ ਸਾਡੇ ਕਰਮਾਂ ਦਾ ਹਿਸਾਬ ਜਿਹੜਾ ਹੈ ਉਹ ਦੇਖਿਆ ਜਾਂਦਾ ਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਤੋ ਸੰਗਤ ਜੀ, ਸਾਡੇ ਜੀਵਨ ਦੇ ਵਿੱਚ ਜੋ ਵੀ ਦੁੱਖ ਆਉਂਦੇ ਨੇ, ਕਸ਼ਟ ਆਉਂਦੇ ਨੇ, ਵਿਘਨ ਆਉਂਦੇ ਨੇ, ਤੋ ਅਸੀਂ ਕੀ ਕਰਦੇ ਹਾਂ? ਜੋ ਵੀ ਦੁੱਖ, ਕਸ਼ਟ, ਵਿਘਨ, ਘਾਟੇ, ਨੁਕਸਾਨ, ਅਸੀਂ ਉਹਦਾ ਸਾਹਮਣੇ ਵਾਲੇ ਨੂੰ ਦੋਸ਼ ਦਿੰਦੇ ਹਾਂ। ਇਹਦੇ ਕਾਰਨ ਮੇਰੇ ਜੀਵਨ ਵਿੱਚ ਇਹ ਹੋਇਆ ਹੈ। ਅਗਰ ਮੇਰੀ ਸੱਸ ਨਾ ਇਸ ਤਰ੍ਹਾਂ ਦੀ ਹੁੰਦੀ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਮੇਰੀ ਪਤਨੀ ਦਾ ਸੁਭਾਅ ਨਾ ਇਸ ਤਰ੍ਹਾਂ ਦਾ ਹੁੰਦਾ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਉਹ ਮੇਰਾ ਭਰਾ ਨਾ ਮੈਨੂੰ ਧੋਖਾ ਦਿੰਦਾ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਮੇਰੇ ਪਤੀ ਦਾ ਸੁਭਾਅ ਨਾ ਇਸ ਤਰ੍ਹਾਂ ਦਾ ਹੁੰਦਾ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਉਹ ਮੇਰਾ ਫਰੈਂਡ ਨਾ ਇਸ ਤਰ੍ਹਾਂ ਕਰਦਾ, ਮੇਰਾ ਜੀਵਨ ਕੁਛ ਹੋਰ ਹੋਣਾ ਸੀ। ਤੋ ਪਹਿਲਾਂ ਅਸੀਂ ਦੋਸ਼ ਦਿੰਦੇ ਹਾਂ ਸੰਸਾਰ ਨੂੰ, ਔਰ ਵੱਡੀ ਕੋਈ ਘਟਨਾ ਵਾਪਰ ਜਾਵੇ, ਸੰਸਾਰ ਛੱਡੀਦਾ, ਫਿਰ ਅਸੀਂ ਰੱਬ ਵੱਲੋਂ ਕਰੀਦਾ ਵੀ ਰੱਬਾ ਮੈਂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕੀਤਾ, ਫਿਰ ਤੂੰ ਮੇਰੇ ਨਾਲ ਜੀਵਨ ਦੇ ਵਿੱਚ ਇਹ ਕਿਉਂ ਕਰ ਦਿੱਤਾ? ਵੱਡੀ ਘਟਨਾ ਵਾਪਰ ਜਾਵੇ ਫਿਰ ਰੱਬ ਫੜ ਲਈਦਾ, ਫਿਰ ਸੰਸਾਰ ਛੱਡ ਦੀਦਾ। ਲੇਕਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਮਨੁੱਖ, ਇਹ ਜੀਵ ਆਤਮਾ, ਜੋ ਵੀ ਤੇਰੇ ਜੀਵਨ ਵਿੱਚ ਹੋ ਰਿਹਾ, ਤੂੰ ਕਿਸੇ ਨੂੰ ਦੋਸ਼ ਨਾ ਦੇ, ਨਾ ਸੰਸਾਰ ਨੂੰ, ਨਾ ਨਿਰੰਕਾਰ ਨੂੰ। ਦੋਸ਼ ਦੇਣਾ ਸਿਰਫ ਆਪਣੇ ਆਪ ਨੂੰ ਦੇ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਹਰੇ ਕਹਿੰਦੇ ਜਿਹੜੇ ਤੂੰ ਕਰਮ ਕੀਤੇ ਨੇ ਉਹਨਾਂ ਦਾ ਤੂੰ ਫਲ ਭੋਗ ਰਿਹਾ, ਕਿਸੇ ਨੂੰ ਦੋਸ਼ ਨਾ ਦੇ। ਦੇਖੋ ਹੋਰ ਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਸੁਖ ਦੁੱਖ ਪੁਰਬ ਜਨਮ ਕੇ ਕੀਏ,
ਸੋ ਜਾਣੇ ਜਿਨ ਦਾਤੇ ਦੀਏ। ਸੁੱਖ ਦੁੱਖ ਜਿਹੜੇ ਤੈਨੂੰ ਮਿਲੇ ਨੇ ਨਾ, ਇਹ ਪੂਰਬਲੇ ਜਨਮਾਂ 'ਚ ਤੂੰ ਕਰਮ ਕੀਤੇ ਸੀ। ਇਹ ਹੁਣ ਤੂੰ ਤਾਂ ਭੁੱਲ ਗਿਆ, ਲੇਕਿਨ ਪਰਮਾਤਮਾ ਜਾਣਦਾ। ਸੋ ਜਾਣੇ ਜਿਨ ਦਾਤੇ ਦੀਏ, ਜਿਸ ਦਾਤੇ ਨੇ ਸਾਨੂੰ ਸੁੱਖ ਤੇ ਦੁੱਖ ਦਿੱਤੇ ਨੇ, ਉਹਨੂੰ ਪਤਾ ਵੀ ਤੂੰ ਕਿਹੜਾ ਕਰਮ ਕੀਤਾ ਸੀ ਬੁਰਾ ਜਿਹਦਾ ਤੈਨੂੰ ਦੁੱਖ ਦੇ ਦਿੱਤਾ, ਕਿਹੜਾ ਚੰਗਾ ਕੀਤਾ ਸੀ ਜਿਹਦਾ ਤੈਨੂੰ ਸੁੱਖ ਦੇ ਦਿੱਤਾ। ਕਿਸ ਕੋ ਦੋਸ ਦੇਹ ਤੋਂ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਇਹ ਪ੍ਰਾਣੀ, ਤੂੰ ਕਿਹਨੂੰ ਦੋਸ਼ ਦਿੰਦਾ ਆ? ਇਹ ਜਿਹੜਾ ਕਰੜਾ ਫਲ ਮਿਲਿਆ ਤੈਨੂੰ ਤੇਰੇ ਕੀਤੇ ਕਰਮਾਂ ਦਾ ਮਿਲ ਰਿਹਾ ਹੈ। ਤੇ ਇਹਦਾ ਮਤਲਬ ਅੱਜ ਤੱਕ ਤਾਂ ਜੋ ਕਰ ਲਿਆ ਸੋ ਕਰ ਲਿਆ, ਕਿੰਨੇ ਕੌਨਸ਼ੀਅਸ ਹੋ ਕੇ ਹੁਣ ਅਗਲੇ ਕਰਮ ਕਰੀਏ ਗੁਰੂ ਦੀ ਮੱਤ ਲੈ ਲੈ ਕੇ। ਜਿਹਾ ਬੀਜੈ ਸੋ ਲੁਣੈ, ਜਿਹਾ ਪੁਰਬ ਕਿਨੇ ਬੋਇਆ। ਮਹਾਰਾਜ ਜੀ ਕਹਿੰਦੇ ਨੇ ਜੋ ਜੋ ਬੀਜਿਆ ਹੋਇਆ ਉਹੀ ਫਲ ਮਿਲਣਾ ਪੁਰਬ, ਪਹਿਲਾਂ ਜਿਹਨੇ ਜੋ ਜੋ ਵੀ ਬੀਜਿਆ। ਔਰ ਮਹਾਰਾਜ ਕਹਿੰਦੇ ਨੇ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ। ਇਹ ਜੀਵਾਤਮਾ, ਇਹ ਭੁੱਲੀ ਗਵਾਰ ਨਾ ਸਮਝ ਜੀਵਾਤਮਾ, ਤੂੰ ਰੱਬ ਨੂੰ ਕਿਉਂ ਦੋਸ਼ ਦਿੰਦੀ ਆ? ਨਾਰਾਇਣ ਨਿੰਦਸ, ਰੱਬ ਨੂੰ ਕਿਉਂ ਨਿੰਦਦੀ ਆ? ਦੇਖੋ ਰੱਬ ਨੇ ਮੇਰੇ ਨਾਲ ਕੀ ਕੀਤਾ, ਦੇਖੋ ਰੱਬ ਦਾ ਕਹਿਰ, ਦੇਖੋ ਰੱਬ ਕੀ ਕਰਦਾ ਸੀ, ਕਿੰਨਾ ਕਹਿੰਦੇ ਆ। ਕਹਿੰਦੇ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੇ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਚੰਗੇ ਕਰਮ ਇਹ ਤੂੰ ਕੀਤੇ ਸੀ, ਉਹਨਾਂ ਦਾ ਤੂੰ ਫਲ ਭੋਗ ਰਹੀ। ਸੋ ਕਿੰਨਾ ਅਸੀਂ ਧਿਆਨ ਰੱਖੀਏ ਕਰਮਾਂ ਦਾ। ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਕਿ ਤੂੰ ਮੰਗਦਾ ਆ ਵੀ ਤੇਰੇ ਨਾਲ ਭਲਾ ਭਲਾ ਹੋਵੇ, ਹੈਨਾ, ਔਰ ਕਰਦਾ ਤੂੰ ਕਿੰਨੇ ਬੁਰੇ ਕੰਮ ਆ। ਫਰੀਦਾ ਲੋੜੇ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਇਦਾ ਪੈਂਦਾ ਲੋੜੇ ਪੱਟ। ਕਹਿੰਦੇ ਤੂੰ ਚਾਹੁੰਦਾ ਆ ਵੀ ਤੈਨੂੰ ਦਾਖ ਬਿਜੋਰੀਆਂ ਮਿਲਣ, ਮਤਲਬ ਸੌਗੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਹੈਨਾ, ਤੈਨੂੰ ਇਹ ਮਿਲਣਾ, ਲੇਕਿਨ ਬੀਜਦਾ ਤੂੰ ਕਿੱਕਰ ਦੀ ਬੀਜਿਆ। ਜੱਟ ਮਤਲਬ ਕਿਸਾਨ ਇੱਥੇ ਹੈ, ਕਿਸਾਨ ਤੂੰ ਵੀ ਸਾਨੂੰ ਕਿਹਾ ਤੂੰ ਕਿੱਕਰ ਦੇ ਬੀਜ ਬੀਜਦਾ, ਮਾੜੇ ਕਰਮਾਂ ਦੇ ਬੀਜ ਬੀਜਦਾ, ਚਾਹੁੰਦਾ ਤੈਨੂੰ ਸੁੱਖ ਮਿਲੇ, ਮਿੱਠੇ ਮਿੱਠੇ ਫਲ ਮਿਲੇ। ਹੰਡੇ ਉਨ ਕਤਾਇਦਾ ਪੈਂਦਾ ਲੋੜੇ ਪੱਟ, ਕੱਤ ਤਾਂ ਤੂੰ ਸੂਤ ਰਿਹਾ ਔਰ ਕਹਿੰਦਾ ਮੈਨੂੰ ਪਹਿਨਣ ਨੂੰ ਰੇਸ਼ਮ ਮਿਲ ਜਵੇ, ਸਿਲਕ ਮਿਲ ਜਵੇ। ਇਦਾਂ ਨਹੀਂ ਹੋਣਾ, ਜੋ ਬੀਜਿਆ ਸੋ ਉਹੀ ਮਿਲਣਾ। ਇਸ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ में सिर नीवा कर दे। ਜੇ ਤੂੰ ਅਕਲ ਲਤੀਫੀ ਆ, ਜੇ ਤੂੰ ਸਮਝਦਾਰ ਆ, ਬੁੱਧੀਮਾਨ ਆ, ਫਿਰ ਕਾਲੇ ਲਿਖ ਨਾ ਲੇਖ, ਬੁਰੇ ਕਰਮ ਨਾ ਕਰ, ਔਰ ਆਪਣੇ ਆਪ ਨੜੇ ਗਿਰਵਾਨ में सिर नीवा कर देख। ਆਪਣੇ ਅੰਦਰ ਦੇਖ, ਸਿਰ ਨੀਵਾ ਕਰਕੇ ਦੇਖਣ ਦਾ ਮਤਲਬ ਆਪਣੇ ਅੰਦਰ ਝਾਤੀ ਮਾਰ, ਤੂੰ ਕਿਹੜੇ ਬੁਰੇ ਕਰਮ ਕਰ ਰਿਹਾ, ਉਹਨਾਂ ਦਾ ਤਿਆਗ ਕਰ ਦੇ, ਅੱਗੇ ਤੋਂ ਅੱਛੇ ਕਰਮ ਕਰਨੇ ਸ਼ੁਰੂ ਕਰ ਦੇ। ਤੋ ਕਈ ਵਾਰ ਸਾਡੇ ਨਾਲ ਕੋਈ ਬੁਰਾ ਕਰਦਾ, ਫਿਰ ਅਸੀਂ ਉਹਦੇ ਨਾਲ ਵੀ ਬੁਰਾ ਕਰਨਾ ਚਾਹੁੰਦੇ ਹਾਂ, ਫਿਰ ਅਸੀਂ ਵੀ ਕਰਮਾਂ ਦੇ ਵਿੱਚ ਵੱਜੇ ਰਹਿ ਜਾਂਦੇ ਹਾਂ। ਸੋ ਆਪਣੇ ਵੱਲੋਂ ਕੋਈ ਵੀ ਕਿਸੇ ਦਾ ਬੁਰਾ ਨਹੀਂ ਕਰਨਾ। ਜਿਹੜਾ ਸਾਡੇ ਨਾਲ ਵੀ ਬੁਰਾ ਕਰਦਾ ਉਹਦਾ ਵੀ ਬੁਰਾ ਨਹੀਂ ਕਰਨਾ। ਅਗਰ ਆਪਣੇ ਆਪ ਨੂੰ ਆਜ਼ਾਦ ਕਰਕੇ ਜਾਣਾ ਇਸ ਸੰਸਾਰ ਦੇ ਵਿੱਚੋਂ, ਸਾਡੇ ਨਾਲ ਕਿਸੇ ਨੇ ਬੁਰਾ ਕੀਤਾ, ਅਗਰ ਅਸੀਂ ਵਾਪਸ ਬੁਰਾ ਕਰਨਾ, ਅਸੀਂ ਵੱਜ ਜਾਵਾਂਗੇ, ਜੰਮਦੇ ਹੀ ਮਰਦੇ ਰਵਾਂਗੇ, ਸਿਲਸਿਲਾ ਖਤਮ ਨਹੀਂ ਹੋਣਾ। ਇਸ ਕਰਕੇ ਗੁਰਬਾਣੀ ਵੀ ਸਾਨੂੰ ਸਮਝਾਉਂਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜਿਹੜਾ ਬੁਰਾ ਵੀ ਕਰ ਰਿਹਾ ਨਾ, ਤੂੰ ਉਹਦਾ ਵੀ ਭਲਾ ਕਰ ਦੇ, ਤੂੰ ਮਨ ਚ ਗੁੱਸਾ ਨਾ ਕਰ ਉਹਨੇ ਕਿਉਂ ਬੁਰਾ ਕੀਤਾ, ਕਿਉਂਕਿ ਤੈਨੂੰ ਬਾਣੀ ਚੋਂ ਸਮਝ ਲੱਗ ਗਈ ਵੀ ਹੈ ਕਿਤੇ ਨਾ ਕਿਤੇ ਮੇਰਾ ਕਰਮ। ਜੇ ਉਹ ਜ਼ਿਆਦਤੀ ਕਰ ਲਿਆ, ਮੰਨ ਲਓ ਪਲੱਸ ਕਰ ਰਿਹਾ ਸਾਡੇ ਉੱਤੇ, ਫਿਰ ਵੀ ਉਹ ਪਰਮਾਤਮਾ ਹੈ ਇਨਸਾਫ ਦੇਣ ਵਾਲਾ ਜੱਜ, ਉਹਦੇ ਕਰਮ ਨੂੰ ਦੇਖ ਲਊਗਾ, ਸਾਡੀ ਅੱਛਾਈ ਵੀ ਪਰਮਾਤਮਾ ਦੇਖ ਰਿਹਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਤੈਨੂੰ ਫਲ ਕੀ ਮਿਲੇਗਾ? ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਤੇਰੀ ਦੇਹ ਨੂੰ ਰੋਗ ਨਹੀਂ ਲੱਗਣਗੇ ਔਰ ਤੂੰ ਪਰਮਾਤਮਾ ਹੀ ਪਾ ਲੇਗਾ। ਸੋ ਸਾਡਾ ਤਾਂ ਮਨੋਰਥ ਹੀ ਇਹੀ ਹੈ ਕਿ ਵਾਹਿਗੁਰੂ ਜੀ ਨੂੰ ਮਿਲਣਾ। ਇਹ ਬਾਰ-ਬਾਰ ਆਪਣੇ ਆਪ ਨੂੰ ਯਾਦ ਕਰਾਈਏ, ਅਸੀਂ ਵਾਹਿਗੁਰੂ ਜੀ ਨੂੰ ਮਿਲਣਾ, ਅਸੀਂ ਵਾਹਿਗੁਰੂ ਜੀ ਨੂੰ ਮਿਲਣਾ। ਮਾੜੇ ਕਰਮ ਵਾਲੇ ਨੂੰ ਪਰਮਾਤਮਾ ਨਹੀਂ ਛੱਡਣ ਵਾਲਾ, ਉਹਦਾ ਇਨਸਾਫ ਬੜਾ ਅਟੱਲ ਆ, ਸੱਚਾ ਆਪ ਸੱਚਾ ਦਰਬਾਰ, ਉਹਦਾ ਕੋਰਟ ਪਰਮਾਤਮਾ ਦਾ ਸੱਚਾ ਆ, ਉਹ ਨਹੀਂ ਛੱਡਦਾ। ਇਸ ਕਰਕੇ ਆਪਣੇ ਕਰਮਾਂ ਤੇ ਧਿਆਨ ਦੇਣਾ, ਸਾਡੀ ਸੋਚ ਵੀ ਅੱਛੀ ਹੋਵੇ ਸਭ ਦੇ ਲਈ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਇਹੀ ਸਿਖਾਇਆ ਕਿ ਸਰਬੱਤ ਦਾ ਭਲਾ, ਕਿਸੇ ਦਾ ਵੀ ਇਹਦੇ ਵਿੱਚ ਨਹੀਂ ਕਿ ਕੁਛ ਦਾ ਭਲਾ ਤੇ ਕੁਛ ਦਾ ਬੁਰਾ, ਨਹੀਂ, ਸਰਬੱਤ ਦਾ ਭਲਾ। ਜਿਹੜਾ ਵੀ ਸਾਡੇ ਮਨ ਵਿੱਚ ਕਿ ਸਭ ਲਈ ਅੱਛੀ ਸੋਚ ਹੋਵੇ, ਸਭ ਦੇ ਲਈ। ਕਈ ਰਿਸ਼ਤੇਦਾਰਾਂ ਨੇ ਸਾਡੇ ਨਾਲ ਮਾੜਾ ਕੀਤਾ ਹੁੰਦਾ, ਅਸੀਂ ਜੀਵਨ ਭਰ ਹੀ ਚਾਹੁੰਦੇ ਰਹਿੰਦੇ ਉਹਦਾ ਬੁਰਾ ਹੋਵੇ ਫਿਰ ਮੈਨੂੰ ਸੁੱਖ ਮਿਲੇ। ਉਹ ਨਹੀਂ ਭਾਈ, ਜਦੋਂ ਅਸੀਂ ਅੰਦਰ ਬੁਰਾ ਸੋਚਿਆ, ਅਸੀਂ ਆਪਣੇ ਲਈ ਬੁਰਾ ਕਰਮ ਲਿਖਾ ਲਿਆ। ਨਹੀਂ, ਅਸੀਂ ਅਗਰ ਆਪਣਾ ਜੋ ਅਸੀਂ ਚਾਹੁੰਦੇ ਆ ਨਾ ਮੇਰੇ ਨਾਲ ਹੋਵੇ, ਮੈਨੂੰ ਮਿਲੇ, ਉਦਾਂ ਦੀ ਸੋਚ ਅੰਦਰ ਸਾਰਿਆਂ ਲਈ ਰੱਖਣੀ।
ਨਾ ਮਨ ਵਿੱਚ ਵਿਚਾਰ ਕਿਸੇ ਲਈ ਬੁਰਾ ਰੱਖਣਾ, ਔਰ ਨਾ ਹੀ ਸ਼ਬਦਾਂ ਨਾਲ, ਬਾਣੀ ਦੇ ਨਾਲ ਕਿਸੇ ਨੂੰ ਬੁਰਾ ਬੋਲਣਾ, ਔਰ ਨਾ ਹੀ ਐਕਸ਼ਨ ਦੇ ਥਰੂ ਕੁਛ ਬੁਰਾ ਕਰਨਾ। ਕਿਉਂਕਿ ਅੱਜ ਕਰਮਾਂ ਦੀ ਗੱਲ ਹੋ ਰਹੀ ਆ, ਤਾਂ ਬਰੀਕੀ ਦੇ ਨਾਲ ਆਪਣੇ ਕਰਮਾਂ ਨੂੰ ਦੇਖਣਾ। ਇਸ ਕਰਕੇ ਮਹਾਰਾਜ ਕਹਿੰਦੇ, ਇਸ ਮਨ ਕੋ ਕੋਈ ਖੋਜੋ ਭਾਈ, ਆਪਣੇ ਮਨ ਨੂੰ ਖੋਜੋ। ਇਹ ਮਨ ਹੀ ਤਾਂ ਸੋਚਦਾ ਪਹਿਲਾਂ ਅੰਦਰ, ਫਿਰ ਮਨ 'ਚ ਜੋ ਸੋਚ ਆਈ ਉਹ ਸਾਡੇ ਸ਼ਬਦਾਂ ਤੋਂ ਨਿਕਲ ਜਾਂਦੀ ਬਾਹਰ, ਫਿਰ ਕਈ ਵਾਰ ਐਕਸ਼ਨਸ ਦੇ ਵਿੱਚ ਵੀ ਉਹਨੂੰ ਅਸੀਂ ਕਰ ਪਾਉਂਦੇ ਹਾਂ। ਤਾਂ ਉਹ ਇਹ ਧਿਆਨ ਰੱਖਣਾ ਸੰਗਤ ਜੀ। ਤੇ ਜੋ ਇੱਥੇ ਬੀਜਣਾ ਉਹ ਵੱਢਣਾ ਆ। ਇਹ ਗੁਰਬਾਣੀ ਦਾ ਜਿਹੜਾ ਸਿਧਾਂਤ ਆ, ਜਿਹੜਾ ਅਟਲ ਕਾਨੂੰਨ ਆ, ਇਹਨੂੰ ਅਸੀਂ ਯਾਦ ਰੱਖੀਏ। ਤਾਂ ਹੁਣ ਅਸੀਂ ਦੇਖੀਏ, ਬਾਣੀ ਦੇ ਵਿੱਚ ਸਾਨੂੰ ਹੋਰ ਸਮਝਾਇਆ ਗੁਰੂ ਮਹਾਰਾਜ ਜੀ ਨੇ ਕਿ ਜਿਹੜੇ ਇਹ ਇੰਨੇ ਅਸੀਂ ਜਨਮਾਂ ਦੇ ਕਰਮ ਕੀਤੇ ਹੋਏ ਨੇ, ਕਿੰਨੇ ਹੀ ਜਨਮਾਂ ਦੇ ਸਾਡੇ ਕੋਲ ਕਰਮ ਨੇ, ਅੱਜ ਦੇ ਨਹੀਂ, ਚੰਗੇ ਵੀ ਬੁਰੇ ਵੀ, ਔਰ ਇਹਦੇ ਵਿੱਚੋਂ ਕੁਛ ਦਾ ਹੀ ਹਾਲੇ ਸਾਨੂੰ ਫਲ, ਜਿਹੜਾ ਪ੍ਰਾਰਬਧ ਫਲ ਅਸੀਂ ਭੋਗ ਰਹੇ ਹਾਂ, ਕਿਉਂਕਿ ਇਕੱਠੇ ਸਾਨੂੰ ਅਗਰ ਰੱਬ ਦੇ ਦੇਵੇ, ਸਾਡੇ ਕੋਲ ਭੋਗੇ ਨਹੀਂ ਜਾਣੇ। ਤਾਂ ਮੈਨੂੰ ਇੱਕ ਵਾਰ ਕਥਾ ਯਾਦ ਆ ਗਈ, ਉਪਨਿਸ਼ਦ ਦਾ ਇੱਕ ਰਿਸ਼ੀ, ਤੇ ਉਹ ਆਪਣੇ ਗੁਰੂ ਨੇ ਸਮਝਾਇਆ ਰਿਸ਼ੀਆਂ ਨੂੰ, ਗੁਰੂਦੇਵ ਨੇ ਉਹਨਾਂ ਦੇ ਜਿਹਨੇ ਕਿਹਾ ਵੀ ਜਿਹੜਾ ਇੱਕ ਇੱਕ ਕਰਮ ਦਾ ਹਿਸਾਬ ਦੇਣਾ ਪੈਣਾ। ਗੁਰਬਾਣੀ ਵੀ ਕਹਿ ਰਹੀ ਹੈ, ਇੱਕ ਇੱਕ ਕਰਮ ਦਾ ਤੁਹਾਨੂੰ ਹਿਸਾਬ ਜਿਹੜਾ ਦੇਣਾ ਪੈਣਾ, ਤੁਸੀਂ ਛੁਪਾ ਨਹੀਂ ਸਕਦੇ। ਮਤਲਬ ਉਸ ਪਰਮਾਤਮਾ ਕੇ ਸਭ ਪ੍ਰਗਟਿਆ, ਹੋ ਸਕਦਾ ਇਸ ਦੁਨੀਆ ਵਿੱਚ ਅਸੀਂ ਛੁਪਾ ਲਈਏ, ਪੈਸੇ ਦੇ ਜੋੜ ਤੇ ਜਾਂ ਸਾਡਾ ਕੋਈ ਸਟੇਟਸ ਹੋਵੇ, ਅਸੀਂ ਕਰਮ ਛੁਪਾ ਲਈਏ, ਸਾਡੇ ਪਰਦੇ ਢੱਕੇ ਰਹਿਣ, ਹੋ ਸਕਦਾ, ਲੇਕਿਨ ਪਰਮਾਤਮਾ ਕੋਲੋਂ ਨਹੀਂ ਛੁਪੇ ਹੁੰਦੇ, ਉਹਨਾਂ ਦਾ ਸਾਨੂੰ ਫਲ ਭੋਗਣਾ ਹੀ ਪੈਂਦਾ ਹੈ। ਤੋ ਉਹ ਰਿਸ਼ੀ, ਉਹਨਾਂ ਦੇ ਗੁਰੂਦੇਵ ਜੀ ਕਹਿ ਰਹੇ ਨੇ ਰਿਸ਼ੀਆਂ ਨੂੰ, ਉਪਨਿਸ਼ਦ ਦੀ ਕਥਾ ਆ ਕਿ ਜਿਹੜੇ ਫਲ ਆ ਤੁਹਾਨੂੰ ਭੋਗਣੇ ਹੀ ਪੈਣੇ ਨੇ। ਸੋ ਉਹਨਾਂ ਨੂੰ ਬੰਦਗੀ ਕਰਨੀ ਸਿਖਾਉਂਦੇ ਨੇ। ਮੈਡੀਟੇਸ਼ਨ ਕਰਦਿਆਂ ਕਰਦਿਆਂ ਉਹਨਾਂ ਵਿੱਚੋਂ ਇੱਕ ਰਿਸ਼ੀ ਦੀ ਇੰਨੀ ਅਵਸਥਾ ਹੋ ਗਈ ਕਿ ਉਹ ਪੂਰਬਲੇ ਜਨਮ ਤੱਕ ਉਹ ਦੇਖਣ ਲੱਗ ਗਏ। ਉਹ ਰਿਸ਼ੀ ਉੱਠਿਆ ਇੱਕਦਮ ਘਬਰਾਹਟ ਦੇ ਵਿੱਚ, ਆਪਣੇ ਗੁਰਦੇਵ ਦੇ ਕੋਲ ਆਇਆ, ਕਿਹਾ ਗੁਰਦੇਵ ਮੈਂ ਤਾਂ ਕੰਬ ਰਿਹਾ, ਥਰ ਥਰ ਕੰਬ ਰਿਹਾ। ਪੁੱਛਿਆ ਭਾਈ ਕਿਉਂ ਕੰਬ ਰਿਹਾ ਪੁੱਤਰ, ਕਿਉਂ ਕੰਬ ਰਿਹਾ? ਉਹਨੇ ਰਿਸ਼ੀ ਨੇ ਕਿਹਾ ਗੁਰਦੇਵ ਤੁਸੀਂ ਕਿਹਾ ਵੀ ਇੱਕ ਇੱਕ ਕਰਮ ਜਿਹੜਾ ਭੋਗਣਾ ਪੈਣਾ, ਮੈਂ ਅੱਜ ਆਪਣੇ ਕਰਮ ਦੇਖੇ ਨੇ ਤੁਹਾਡੀ ਕਿਰਪਾ ਦੇ ਨਾਲ। ਗੁਰਦੇਵ ਜੀ ਜਿੰਨੇ ਹਿਮਾਲਿਆ ਪਰਬਤ ਨੇ ਨਾ, ਇੰਨੇ ਅਨੇਕਾਂ ਹੀ ਪਰਬਤ ਖੜੇ ਹੋ ਜਾਣ ਤਾਂ ਮੇਰੇ ਤਾਂ ਇੰਨੇ ਕਰਮ ਪਏ ਨੇ, ਸੋ ਮੈਂ ਤਾਂ ਇਹ ਕਰਮ ਕਦੀ ਇਹਦੇ ਲਿਖੇ ਹੀ ਨਹੀਂ ਦੇ ਸਕਦਾ। ਇਹ ਤਾਂ ਮਤਲਬ ਜਨਮ ਮੇਰਾ ਛੋਟਾ ਜਿਹਾ, ਮੈਨੂੰ ਹੁਣ ਇਹ ਵੀ ਪਤਾ ਲੱਗ ਗਿਆ ਮੈਨੂੰ ਹੋਰ ਕਿੰਨਾ ਜੀਵਨ ਬਾਕੀ ਪਿਆ, ਮੈਂ ਤਾਂ ਇਹਨਾਂ ਦਾ ਹਿਸਾਬ ਭੋਗ ਹੀ ਨਹੀਂ ਸਕਦਾ। ਫਿਰ ਮੈਨੂੰ ਇੰਨੇ ਹੀ ਮਤਲਬ ਬੇਗਿਣਤ ਜਨਮ ਲੈਣੇ ਪੈਣਗੇ, ਔਰ ਜਦੋਂ ਮੈਂ ਹੋਰ ਨਵੇਂ ਕਰਮ ਕਰ ਲੈਣੇ। ਗੁਰਦੇਵ ਇਹ ਕੀ ਫਿਰ? ਗੁਰਦੇਵ ਜੀ ਮੁਸਕਰਾਏ। ਉਹ ਰਿਸ਼ੀ ਘਬਰਾਇਆ ਹੋਇਆ, ਗੁਰਦੇਵ ਜੀ ਉਹਨੂੰ ਲੈ ਕੇ ਚੱਲੇ, ਕਿ ਚਲੋ ਭਾਈ ਨਾਲ ਨਾਲ ਜਾ ਰਹੇ ਨੇ। ਤਾਂ ਉਹ ਨਾ ਇੱਕ ਢੇਰ ਦੇ ਕੋਲ ਲੈ ਜਾਂਦੇ ਨੇ। ਉਹ ਢੇਰ ਦੇ ਕੋਲ ਲਿਜਾ ਕੇ ਉਹ ਕਹਿੰਦੇ ਵੀ ਇਹਨੂੰ ਢੇਰ ਨੂੰ ਖਾਲੀ ਕਰ। ਸੋ ਜੋ ਰਿਸ਼ੀ ਹੈ ਉਹ ਇੱਕ ਤਸਲਾ ਲੈਂਦੇ ਨੇ, ਇੱਕ ਖਾੜੀ ਲੈਂਦੇ ਨੇ, ਉਹ ਚ ਪਾਉਂਦੇ ਨੇ, ਉਹਨੂੰ ਉਧਰ ਸਿੱਟਣ ਜਾਂਦੇ ਨੇ, ਜਾਨੂੰ ਉੱਥੇ ਪਿੰਡ ਦੇ ਲੋਕ ਹੋਰ ਢੇਰ ਆ ਕੇ ਪਾਈ ਜਾਂਦੇ ਨੇ। ਉਹ ਕਹਿੰਦੇ ਗੁਰਦੇਵ ਇਹ ਤਾਂ ਹੋਰ ਵਧੀ ਜਾਂਦੇ ਨੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਮੇਰੇ ਕਰਮ ਵੀ ਏਦਾਂ ਹੀ ਆ, ਮੈਂ ਰੋਜ਼ ਜਿਹੜੇ ਕਰੀ ਜਾਂਦਾ ਉਹ ਵੀ ਵਧੀ ਜਾ ਰਹੇ ਨੇ, ਇਹ ਤਾਂ ਖਤਮ ਹੀ ਨਹੀਂ ਹੋ ਰਿਹਾ। ਫਿਰ ਗੁਰਦੇਵ ਮੁਸਕਾਏ। ਉਹਨਾਂ ਨੇ ਕੀ ਕੀਤਾ, ਤੀਲੀ ਲਈ ਮਾਚਿਸ ਦੀ ਅੱਗ ਲਗਾਈ ਔਰ ਢੇਰ ਦੇ ਉੱਤੇ ਸੁੱਟ ਦਿੱਤੀ। ਉਹ ਕੁਝ ਸਮੇਂ ਵਿੱਚ ਹੀ ਜਿਹੜਾ ਸੀ ਉਹ ਸਾਰੇ ਦਾ ਸਾਰਾ ਢੇਰ ਜਿਹੜਾ ਸੜ ਕੇ ਸੁਆਹ ਹੋ ਗਿਆ। ਸੋ ਉਹ ਉਪਨਿਸ਼ਦ ਦੀ ਕਥਾ ਦੱਸਦੀ ਹੈ ਵੀ ਗੁਰੂ ਜਿਹੜਾ ਸਾਡਾ ਗੁਰੂ ਹੈ ਨਾ, ਗੁਰੂ ਸਮਰੱਥ ਆ। ਅਸੀਂ ਜਿੰਨੇ ਮਰਜ਼ੀ ਕਰਮ ਕੀਤੇ ਹੋਣ, ਗੁਰੂ ਸਾਫ਼ ਕਰਦਾ। ਪਰ ਐਵੇਂ ਨਹੀਂ ਅਸੀਂ ਸਾਰੇ ਕਹੀਏ ਵੀ ਮਹਾਰਾਜ ਜੀ ਸਾਨੂੰ ਮਾਫ਼ ਕਰ ਦਿਓ ਤਾਂ ਮਾਫ਼ੀ ਮਿਲ ਜੂਗੀ, ਏਦਾਂ ਨਹੀਂ। ਇਹ ਕਦੋਂ ਮਿਲਦੀ ਮਾਫ਼ੀ, ਇੱਥੋਂ ਵੀ ਅਸੀਂ ਇਤਿਹਾਸ ਵਿੱਚੋਂ ਅਸੀਂ ਸਮਝਾਂਗੇ, ਜਦੋਂ ਬਿਲਕੁਲ ਅਸੀਂ ਪ੍ਰਾਸ਼ਚਿਤ ਵਾਲੀ ਅਵਸਥਾ 'ਚ ਆ ਜਾਂਦੇ ਹਾਂ, ਜਦੋਂ ਅਸੀਂ ਆਪਣੀਆਂ ਭੁੱਲਾਂ ਨੂੰ ਅੰਦਰੋਂ ਬਖਸ਼ਾਉਣਾ ਚਾਹੁੰਦੇ ਹਾਂ, ਜਦੋਂ ਅਸੀਂ ਬਦਲਣਾ ਚਾਹੁੰਦੇ ਹਾਂ, ਜਦੋਂ ਸਾਡਾ ਅੰਦਰ ਹਿੱਲ ਜਾਂਦਾ ਕਿ ਜੀਵਨ ਮੈਨੂੰ ਮਿਲਿਆ ਸੀ ਗੋਬਿੰਦ ਜੀ ਨੂੰ ਮਿਲਣ ਦੇ ਲਈ, ਮੈਂ ਆ ਕਿਹੜੇ ਸੰਸਾਰ ਵਿੱਚ ਫਸਿਆ ਹੋਇਆ, ਉਸ ਟਾਈਮ। ਓਦਾਂ ਨਹੀਂ ਵੀ ਮੈਂ ਮਾਫ਼ੀ ਮੰਗ ਲਈ ਤੇ ਬਸ ਕਹਾਣੀ ਖਤਮ ਹੋ ਗਈ। ਏਦਾਂ ਹੋ ਗਈ ਤਾਂ ਦੁਨੀਆ ਦੇ ਕੋਰਟ, ਦੁਨੀਆ 'ਚ ਵੀ ਨਾ ਬਣਦੇ, ਫਿਰ ਜੱਜ ਕਦੀ ਕਿਸੇ ਨੂੰ ਸਜ਼ਾ ਹੀ ਨਹੀਂ ਦਿੰਦਾ। ਸਾਰੇ ਜਾਂਦੇ ਕੋਰਟ ਵਿੱਚ, ਕਹਿੰਦੇ ਵੀ ਆਈ ਐਮ ਸੌਰੀ, ਵੀ ਚੱਲ ਜੱਜ ਫਿਰ ਛੱਡ ਦਿੰਦਾ। ਨਹੀਂ, ਸੰਸਾਰ ਦੇ ਕਾਨੂੰਨ ਵੀ ਐਵੇਂ ਨਹੀਂ ਬਣੇ ਹੋਏ। ਸੋ ਇਹ ਮਾਫ਼ੀ ਕਿਤੇ ਸੌਖੇ ਨਹੀਂ ਮਿਲਦੀ, ਅਸੀਂ ਸੋਚੀਏ ਮਾਫ਼ੀ ਐਵੇਂ ਮਿਲ ਜਾਂਦੀ ਹੈ। ਉਹ ਬੜਾ ਇਹਦੇ ਲਈ ਤਪ, ਬੜਾ ਇਹਦੇ ਲਈ ਤਪ, ਮਤਲਬ ਪੂਰਾ ਆਪਣੇ ਆਪ ਨੂੰ ਤਪਾ ਲੈਣਾ ਗੁਰੂ ਦੇ ਬਚਨਾਂ ਵਿੱਚ। ਇਹਨੂੰ ਇਹ ਜਿਹੜਾ ਬਹੁਤ ਜ਼ਰੂਰੀ ਹੈ, ਕਨਫੈਸ ਕਰਨਾ ਆਪਣੀਆਂ ਗਲਤੀਆਂ ਨੂੰ। ਜਿੱਦਾਂ ਈਸਾਈ ਧਰਮ ਵਿੱਚ ਵੀ ਬਣਿਆ ਹੋਇਆ, ਲੋਕ ਇਨਸਾਫ ਕਰਦੇ ਆ, ਔਰ ਜੈਨ ਧਰਮ ਦੇ ਵਿੱਚ
ਉਹਦੇ ਵਿੱਚ ਤਾਂ ਪੂਰਾ ਉਹ ਸਾਲ ਵਿੱਚ ਨਾ ਕੁਛ ਦਿਨ ਏਦਾਂ ਦੇ ਰੱਖਦੇ ਨੇ, ਜਦੋਂ ਉਹ ਉਹਨੂੰ ਮਾਫ਼ੀ ਜਿਹੜੀ ਮੰਗਦੇ ਨੇ, ਆਪਣੇ ਗੁਨਾਹ ਆਪਣੇ ਗੁਰੂ ਦੇ ਅੱਗੇ ਬੋਲ ਕੇ ਦੱਸਦੇ ਨੇ। ਜੋ ਵੀ ਕੀਤਾ ਹੁੰਦਾ, ਕੁਛ ਨਹੀਂ ਛੁਪਾਉਂਦੇ। ਸੋ ਉਹ ਉਹਨਾਂ ਦੀ ਇਹ ਮਾਨਤਾ ਆ ਵੀ ਗੁਨਾਹ ਦੱਸਣ ਦੇ ਨਾਲ ਇੱਕ ਤਾਂ ਉਹ ਜਿਹੜਾ ਆ ਉਹਦੇ ਕਰਮ ਜਿਹੜੇ ਨੇ ਰਿਲੀਜ਼ ਹੋਣ ਦੇ ਵਿੱਚ ਬਹੁਤ ਹੈਲਪ ਮਿਲਦੀ ਆ। ਦੂਸਰਾ, ਜਦੋਂ ਆਪਣਾ ਬੰਦਾ ਗੁਨਾਹ ਦੇਖਣ ਲੱਗ ਜਾਂਦਾ, ਫਿਰ ਉਹ ਪਾਪ ਕਰਮ ਛੱਡ ਕੇ ਅੱਛੇ ਮਾਰਗ ਤੇ ਚੱਲਣ ਲੱਗ ਜਾਂਦਾ। ਸੋ ਇਹ ਕਰਮ ਸੌਖੇ ਨਹੀਂ ਬਖਸ਼ੇ ਜਾਂਦੇ, ਪਰ ਬਖਸ਼ਣ ਦਾ ਸਿਧਾਂਤ ਹੈ, ਲੇਕਿਨ ਵੇਦਾਂ ਵਿੱਚ ਇਹ ਨਹੀਂ। ਵੇਦ ਕਹਿੰਦੇ ਨੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਭੋਗੇ ਤੋਂ ਬਿਨਾਂ ਇਹ ਭੱਜਣੇ ਹੀ ਨਹੀਂ, ਕਰਮਾਂ ਦੀ ਗਤੀ ਇੰਨੀ ਬਲਵਾਨ ਆ। ਜਿਵੇਂ ਵੇਦਾਂ ਦੇ ਵਿੱਚ ਇੱਕ ਕਥਾ ਆਉਂਦੀ ਹੈ, ਜਿਹੜੀ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਉਹਦਾ ਸਾਨੂੰ ਇਸ਼ਾਰਾ ਦਿੱਤਾ ਆ। ਤੋ ਉਹ ਰਾਜਾ ਜਨਮੇਜਾ ਹੋਇਆ, ਇਹ ਬੜਾ ਸਿਆਣਾ ਸੀ, ਬਲਵਾਨ ਸੀ। ਬਲਵਾਨ ਮਤਲਬ ਇਹਦਾ ਬਹੁਤ ਜ਼ਿਆਦਾ ਰਾਜ ਭਾਗ ਸੀਗਾ, ਹਰ ਤਰ੍ਹਾਂ ਸਿਆਣਾ ਵੀ ਸੀ, ਬੰਦਗੀ ਕਰਨ ਵਾਲਾ ਵੀ ਸੀਗਾ। ਤੇ ਇਹ ਕੌਰਵਾਂ ਪਾਂਡਾਂ ਦੀ ਖਾਨਦਾਨ ਦੇ ਵਿੱਚੋਂ ਸੀਗਾ ਰਾਜਾ। ਰਿਸ਼ੀ ਵੇਦ ਵਿਆਸ ਜੀ ਨੂੰ ਮਿਲਿਆ ਤੇ ਇਹਨੇ ਉਹਨਾਂ ਨੂੰ ਕੁਐਸਚਨ ਕੀਤਾ। ਕੁਐਸਚਨ ਅਸੀਂ ਕਰ ਸਕਦੇ ਹਾਂ ਆਪਣੇ ਗੁਰੂ ਨੂੰ, ਲੇਕਿਨ ਫਿਰ ਜੋ ਅੱਗੇ ਗੁਰੂ ਕਹੇ ਨਾ, ਉਹਨੂੰ ਫਿਰ ਮੰਨਣਾ ਹੁੰਦਾ। ਅਸੀਂ ਜਦੋਂ ਕਹਿੰਦੇ ਏਦਾਂ ਕਿੱਦਾਂ ਹੋ ਜਾਊਗਾ, ਉਹ ਗੜਬੜ ਹੋ ਜਾਂਦੀ। ਇਹਦਾ ਮਤਲਬ ਫਿਰ ਅਸੀਂ ਉਹਨੂੰ ਗੁਰੂ ਸਮਝ ਕੇ ਨਹੀਂ ਸੁਣੀ ਗੱਲ। ਫਿਰ ਮੈਂ ਖੜੀ ਆ ਵੀ ਏਦਾਂ ਕਿੱਦਾਂ ਹੋ ਜਾਊ। ਤੋ ਇਹਨਾਂ ਰਿਸ਼ੀ ਵੇਦ ਵਿਆਸ ਨੂੰ ਰਾਜਾ ਜਨਮੇਜਾ ਨੇ ਇਹ ਕੁਐਸਚਨ ਕੀਤਾ ਕਿ ਰਿਸ਼ੀਵਰ, ਇਹ ਦੱਸੋ ਵੀ ਕੌਰਵ ਪਾਂਡਵ ਇੰਨੇ ਸਿਆਣੇ ਸੀਗੇ, ਮਹਾਪੁਰਸ਼ ਸੀਗੇ, ਉਹ ਇੰਨਾ ਬੰਦਗੀ ਕਰਨ ਵਾਲੇ ਸੀਗੇ, ਇੰਨੇ ਸਿਆਣੇ ਮਹਾਪੁਰਸ਼, ਔਰ ਉਹਨਾਂ ਨੂੰ ਸਲਾਹ ਦੇਣ ਵਾਲਾ ਸਮੇਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ, ਜਿਹੜੇ ਉਹਨਾਂ ਨੂੰ ਸਲਾਹ ਦੇਣ ਵਾਲੇ, ਔਰ ਸਾਡੇ ਭੀਸ਼ਮ ਪਿਤਾਮਾ ਗੁਰੂ ਦਰੋਣਾਚਾਰਿਆ, ਇਹ ਸਾਰੇ ਏਡੇ ਏਡੇ ਨਾਲ ਗੁਰੂ ਨੇ, ਗੁਰੂ ਕਿਰਪਾਚਾਰਿਆ, ਸਾਰੇ ਕੁਛ। ਤੇ ਇਹ ਬੁੱਧੀਮਾਨ, ਇੰਨੇ ਇੰਟੈਲੀਜੈਂਟ ਸੀਗੇ। ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਪਾਂਡਵਾਂ ਨੇ ਜੂਆ ਕਿਉਂ ਖੇਡਿਆ? ਬੰਦਗੀ ਵਾਲੇ ਅੱਛੇ ਨੇਕ ਬੰਦੇ ਸੀਗੇ, ਜੂਆ ਖੇਡ ਕੇ ਆਪਣਾ ਰਾਜ ਭਾਗ ਹਾਰ ਗਏ। ਇੱਥੋਂ ਹੀ ਸਾਰਾ ਸਿਲਸਿਲਾ ਸ਼ੁਰੂ ਹੋਇਆ ਤੇ ਕਰਦਿਆਂ ਕਰਦਿਆਂ ਜਿਹੜੀ ਆ ਇਹ ਮਹਾਭਾਰਤ ਦਾ ਯੁੱਧ ਹੋ ਗਿਆ। ਉਹਨੇ ਕਿਹਾ ਸਲਾਹਕਾਰ ਵੀ ਸਮੇਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ, ਤੇ ਇਹ ਕਿਸੇ ਨੇ ਬੁੱਧੀਮਤਾ ਨਹੀਂ ਵਰਤੀ ਵੀ ਇੰਨੇ ਲੋਕ ਮਰ ਗਏ, ਜੰਗ ਹੀ ਰੁਕ ਜਾਂਦਾ। ਤੋ ਰਿਸ਼ੀ ਵੇਦ ਵਿਆਸ ਜੀ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ, ਇਹ ਸੀਗੇ ਬੁੱਧੀਮਾਨ, ਸਾਰੇ ਮਹਾਂਪੁਰਖ ਵੀ ਸੀਗੇ, ਪਰ ਜਿਹੜੀ ਪ੍ਰਹਲਬਧ ਕਰਮ ਆ ਨਾ, ਉਹ ਨਹੀਂ ਮਿਟਦੇ। ਜਿਹੜਾ ਪਰਮਾਤਮਾ ਨੇ ਹੁਕਮ ਕਰਕੇ ਜਿਹੜਾ ਲਿਖ ਦਿੱਤਾ। ਸੰਗਤ ਜੀ ਫਿਰ ਇੱਕ ਵਾਰ ਸੁਣ ਲਈਏ, 3 ਤਰ੍ਹਾਂ ਦੇ ਕਰਮ ਨੇ। ਕਿਰਿਆਮਾਨ ਕਰਮ ਜਿਹੜੇ ਪ੍ਰੈਜ਼ੈਂਟ ਕਰ ਰਹੇ ਹਾਂ, ਔਰ ਜਿਹੜੇ ਹੁਣ ਪਾਸਟ ਵਿੱਚ ਜਾਈ ਜਾ ਰਹੇ ਨੇ, ਇਹ ਸਾਰੇ ਸੰਚਿਤ ਕਰਮ ਨੇ। ਇਹਨਾਂ ਵਿੱਚੋਂ ਕੁਝ ਕਰਮਾਂ ਦਾ ਫਲ ਪਰਮਾਤਮਾ ਜਿਹੜਾ ਸਾਡਾ ਲਿਖ ਦਿੰਦਾ, ਉਹਨੂੰ ਪ੍ਰਾਰਲਬਧ ਕਰਮ ਕਹਿੰਦੇ ਨੇ। ਇਹ ਗੁਰਬਾਣੀ ਵਿੱਚ ਵੀ ਮੰਨਿਆ ਗਿਆ ਕਿ ਪ੍ਰਾਰਲਬਧ ਕਰਮ ਜਿਹੜੇ ਨੇ ਇਹ ਸਾਨੂੰ ਭੋਗਣੇ ਹੀ ਪੈਂਦੇ ਨੇ, ਇਹ ਗਿਆਨੀ ਨੂੰ ਵੀ ਭੋਗਣੇ ਪੈਂਦੇ ਨੇ। ਹਾਂ, ਜਿਹੜੇ ਸਾਡੇ ਸੰਚਿਤ ਕਰਮ ਬਚਦੇ ਨੇ ਨਾ, ਉਹ ਜਿਹੜੇ ਨੇ ਉਹ ਖਤਮ ਕੀਤੇ ਜਾ ਸਕਦੇ ਨੇ, ਲੇਕਿਨ ਪ੍ਰਾਰਬਧ ਕਰਮ ਹਰ ਮਨੁੱਖ ਨੂੰ ਭੋਗਣੇ ਪੈਣੇ ਨੇ। ਤੋ ਉਹ ਉਹਨਾਂ ਨੇ ਕਿਹਾ ਵੀ ਲੇਕਿਨ ਪ੍ਰਾਰਬਧ ਜਿਹੜੀ ਸੀ ਇਹ ਤਾਂ ਭੋਗਣੀ ਹੀ ਪੈਣੀ ਸੀ, ਇਹ ਭਾਵ ਹੀ ਇਸ ਤਰ੍ਹਾਂ ਦੀ ਸੀ, ਪਰਮਾਤਮਾ ਦਾ ਹੁਕਮ ਹੀ ਇਸ ਤਰ੍ਹਾਂ ਦਾ ਸੀ। ਤਾਂ ਉਹਨੇ ਜਨਮੇਜੇ ਨੇ ਕਿਹਾ ਵੀ ਮੈਂ ਨਹੀਂ ਮੰਨਦਾ ਏਦਾਂ ਰੱਬ ਦਾ ਕੋਈ ਕਾਨੂੰਨ ਹੈਗਾ ਹੈ। ਵੀ ਇੰਨੇ ਸਿਆਣੇ ਸੀ, ਬੁੱਧੀਮਤਾ ਵਰਤਣੀ ਚਾਹੀਦੀ ਸੀ। ਅੱਗਿਓਂ ਫਿਰ ਰਿਸ਼ੀ ਵੇਦ ਵਿਆਸ ਜੀ ਨੇ ਕਿਹਾ ਚੰਗਾ, ਫਿਰ ਤੇਰਾ ਵੀ ਜਿਹੜਾ ਆਉਣ ਵਾਲਾ ਫਿਊਚਰ ਹੈ ਤੈਨੂੰ ਅਸੀਂ ਦੱਸ ਦਿੰਨੇ ਆ, ਤੇ ਤੂੰ ਉਹਨੂੰ ਰੋਕ ਲੈ ਜੇ ਰੋਕ ਸਕਦਾ, ਤੂੰ ਬੁੱਧੀਮਾਨ ਆ, ਸਿਆਣਾ ਆ, ਤੇਰੇ ਬਜ਼ੁਰਗ ਵੀ ਸਿਆਣੇ ਸੀ, ਉਹ ਨਹੀਂ ਰੋਕ ਪਾਏ, ਤੂੰ ਰੋਕ ਲੈ। ਉਹ ਕਹਿੰਦਾ ਮੈਂ ਜ਼ਰੂਰ ਰੋਕੂੰਗਾ, ਮੈਨੂੰ ਦੱਸੋ। ਸੋ ਰਿਸ਼ੀ ਵੇਦ ਵਿਆਸ ਜੀ ਕਹਿੰਦੇ ਨੇ ਤੇਰੇ ਕੋਲ ਇੱਕ ਘੋੜੀ ਹੋਊਗੀ ਬੜੀ ਵਧੀਆ ਕਿਸਮ ਦੀ, ਉਹਦੇ ਉੱਤੇ ਚੜ ਕੇ ਤੂੰ ਫਲਾਨੀ ਜਗ੍ਹਾ ਸ਼ਿਕਾਰ ਕਰਨ ਜਾਊਂਗਾ, ਉੱਥੇ ਤੈਨੂੰ ਇੱਕ ਸੁੰਦਰ ਇਸਤਰੀ ਮਿਲੂਗੀ, ਤੂੰ ਉਹਦਾ ਕੋਈ ਨਹੀਂ ਦੇਖੂਗਾ ਉਹਦਾ ਖਾਨਦਾਨ ਕੀ ਸਾਰਾ ਕੁਝ, ਉਹਨੂੰ ਤੂੰ ਵਿਆਹ ਕੇ ਤੂੰ ਲੈ ਆਏਂਗਾ ਆਪਣੇ ਨਾਲ, ਔਰ ਫਿਰ ਤੂੰ 18 ਯੱਗ ਕਰੇਗਾ। ਯੱਗ ਕਰਦੇ ਹੁੰਦੇ ਸਨ ਰਾਜੇ, ਤੂੰ 18 ਯੱਗ ਕਰੇਗਾ, ਔਰ ਜਿੱਦਣ ਤੇਰਾ 18ਵਾਂ ਯੱਗ ਚੱਲ ਰਿਹਾ ਹੋਏਗਾ ਨਾ, ਯੱਗ ਕਰਨੇ ਬੜੇ ਪੁੰਨ ਦਾ ਕੰਮ ਸੀਗਾ, ਜਿੱਦਣ ਤੇਰਾ 18ਵਾਂ ਯੱਗ ਚੱਲ ਰਿਹਾ ਹੋਵੇਗਾ, ਤੋ 18 ਬ੍ਰਾਹਮਣਾਂ ਨੇ ਮੰਤਰੋਚਾਰਨ ਪੂਜਾ ਕਰਕੇ ਹਟੇ ਹੋਣਗੇ, ਫਿਰ ਲੰਗਰ ਵਰਤਾਇਆ ਜਾਊਗਾ, ਉਹ ਸਾਰੇ ਨੌਜਵਾਨ ਬ੍ਰਾਹਮਣ ਹੋਣਗੇ, ਤੇ ਤੇਰੀ ਪਤਨੀ ਜਿਹਨੂੰ ਤੂੰ ਲੈ ਕੇ ਆਇਆ ਸੀ, ਸੁੰਦਰ ਇਸਤਰੀ ਨੂੰ ਜਿਹਨਾਂ ਤੋਂ ਵਿਆਹ ਕੀਤਾ ਸੀ, ਉਹ ਰਾਣੀ ਲੰਗਰ ਨਾਲ ਵਰਤਾ ਰਹੀ ਹੋਵੇਗੀ। ਤਾਂ ਉਹਦਾ ਪਤਲਾ ਜਿਹਾ ਉਹਨੇ ਬਸਤਰ ਪਹਿਨਿਆ ਹੋਊਗਾ, ਸਾੜੀ ਲਾ ਲਓ ਜਾਂ ਜੋ ਵੀ ਵਾਟਐਵਰ, ਉਹ ਉੜੂਗਾ, ਤਾਂ ਉਹਦਾ ਸਰੀਰ ਜਿਹੜਾ ਨਜ਼ਰ ਆਊਗਾ, ਤੇ ਉਹ ਬ੍ਰਾਹਮਣ ਹੱਸ ਪੈਣਗੇ, 18 ਹੀ ਬ੍ਰਾਹਮਣ। ਤੈਨੂੰ ਗੁੱਸਾ ਚੜੂਗਾ, ਤੂੰ ਤਲਵਾਰ ਲੈ ਕੇ 18 ਦੇ 18 ਉੱਥੇ ਹੀ ਕਤਲ ਕਰ ਦੂੰਗਾ, ਔਰ ਉਹਨਾਂ ਨੂੰ ਮਾਰਨ ਦਾ ਤੇਰੇ ਸਿਰ ਪਾਪ ਆਊਗਾ, ਔਰ ਤੈਨੂੰ ਕੋੜ ਲੱਗ ਜਾਊਗਾ। ਜੇ ਤੂੰ ਬਚ ਸਕਦਾ ਤਾਂ ਬਚ ਲਈ, ਤੈਨੂੰ ਦੱਸ ਦਿੱਤਾ, ਇਹ ਤੇਰਾ ਅਸੀਂ ਲਿਖਤ ਤੇਰੀ ਲਿਖੀ ਹੋਈ ਹੈ।
ਸੋ ਜਨਮੇਜੇ ਨੇ ਕਿਹਾ, ਮੈਂ ਪਹਿਲੀ ਗੱਲ ਤਾਂ ਉਹ ਘੋੜੀ ਤੇ ਸਵਾਰੀ ਨਹੀਂ ਹੋਣਾ, ਦੂਸਰੀ ਗੱਲ ਮੈਂ ਜੰਗਲ 'ਚ ਉਹ ਘੋੜੀ ਤੇ ਨਹੀਂ ਸ਼ਿਕਾਰ ਖੇਡਣ ਜਾਊਂਗਾ। ਚਲੋ ਜੇ ਮੈਨੂੰ ਗਏ ਨੂੰ ਉਹ ਇਸਤਰੀ ਮਿਲ ਵੀ ਗਈ, ਮੈਂ ਉਹਦੇ ਨਾਲ ਵਿਆਹ ਨਹੀਂ ਕਰੂੰਗਾ। ਚਲੋ ਜੇ ਮੇਰਾ ਵਿਆਹ ਵੀ ਹੋ ਗਿਆ ਤਾਂ ਮੈਂ ਯੱਗ ਨਹੀਂ ਕਰਾਊਂਗਾ, ਮਤਲਬ ਯੱਗ ਤਾਂ ਕਰਾਊਂਗਾ, ਪਰ ਏਦਾਂ ਮੈਂ ਬ੍ਰਾਹਮਣਾਂ ਦਾ ਕਤਲ ਨਹੀਂ ਕਰੂੰਗਾ। ਉਹਨੇ ਕਿਹਾ, ਇਹ ਤੈਨੂੰ ਅਸੀਂ ਦੱਸ ਦਿੱਤਾ ਤੇ ਤੈਨੂੰ ਆਪੇ ਤੈਨੂੰ ਇਹਦਾ ਆਨਸਰ ਮਿਲ ਜਾਊਗਾ। ਸੋ ਇਤਿਹਾਸ ਵਿੱਚ ਆਉਂਦਾ ਹੈ ਕਿ ਇਹ ਸਾਰਾ ਕੁਝ ਹੋ ਕੇ ਹੀ ਰਿਹਾ। ਉਹਨੇ 18 ਬ੍ਰਾਹਮਣਾਂ ਦਾ ਕਤਲ ਕਰ ਦਿੱਤਾ। ਹੁਣ ਦੁਬਾਰਾ ਇਹਨੂੰ ਰਿਪੀਟ ਨਾ ਕਰੀਏ। ਜਿਹਦਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਜ਼ਿਕਰ ਕੀਤਾ 1344 ਅੰਕ ਦੇ ਉੱਤੇ, ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ। ਰਾਜੇ ਜਨਮੇਜੇ ਨੇ ਜਿਹੜੀ ਸਲਾਹ ਦਿੱਤੀ ਨਾ, ਮਤ ਦਿੱਤੀ ਵੇਦ ਵਿਆਸ ਜੀ ਨੇ ਉਹਨੂੰ ਇਹ ਦੱਸ ਦਿੱਤਾ ਵੀ ਆਹ ਤੇਰਾ ਫਿਊਚਰ ਆ, ਤੂੰ ਇਹਨੂੰ ਬਦਲ ਸਕਦਾ ਤਾਂ ਬਦਲ ਲਾ। ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ, 3 ਘਰ ਜੱਗ 18 ਕਾਏ, 18 ਜੱਗ ਕੀਤੇ, ਫਿਰ ਕੀ ਕੀਤਾ, ਕਤਲ ਕਰ ਦਿੱਤਾ। 3 ਘਰ ਜੱਗ 18 ਕਾਏ, 18 ਬ੍ਰਾਹਮਣ ਉਹਨੇ ਕਤਲ ਕਰ ਦਿੱਤੇ, ਕਿਰਤ ਨਾ ਚੱਲੇ ਚਲਾਇਆ। ਹੁਣ ਮਾਰੇ ਕਹਿੰਦੇ 18 ਜੱਗ ਕਰਾਏ, ਬ੍ਰਾਹਮਣ ਮਾਰ ਦਿੱਤੇ, ਪਰ ਕੀਤੇ ਕਰਮਾਂ ਦਾ ਫਲ ਕੋਈ ਨਹੀਂ ਮਿਟਾ ਸਕਦਾ। ਇਹ ਜਿਹੜੇ ਪ੍ਰਾਲਬਧ ਕਰਮ ਲਿਖੇ ਗਏ ਨੇ ਸਭ ਨੂੰ ਭੁਗਣੇ ਪੈਂਦੇ ਨੇ ਸੰਗਤ ਜੀ, ਗਿਆਨੀਆਂ ਨੂੰ ਵੀ ਭੁਗਣੇ ਪੈਂਦੇ ਨੇ। ਗਿਆਨੀ ਮੀਨਸ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਆ, ਸੱਚ ਦੇ ਮਾਰਗ ਤੇ ਜਿਹੜੇ ਚੱਲ ਰਹੇ ਨੇ, ਉਹਨਾਂ ਨੂੰ ਵੀ ਭੁਗਣੇ ਪੈਂਦੇ ਨੇ। ਬਾਕੀ ਜਿਹੜੇ ਅਸੀਂ ਸਕਾਮ ਕਰਨ ਵਾਲੇ ਆ, ਇਹਨਾਂ ਨੂੰ ਵੀ ਭੁਗਣੇ ਪੈਂਦੇ ਨੇ। ਬਸ ਗਿਆਨੀ ਔਰ ਨਿਸ਼ਕਾਮ ਕਰਮ ਵਾਲੇ ਔਰ ਸਕਾਮ ਕਰਮ ਵਿੱਚ ਕੀ ਫਰਕ ਰਹਿ ਜਾਂਦਾ, ਉਹ ਦੁਖੀ ਹੁੰਦੇ ਨੇ। ਲੇਕਿਨ ਜਿਹੜਾ ਗਿਆਨੀ ਹੈ ਉਹ ਉਹਦਾ ਹੁਕਮ ਸਮਝ ਕੇ ਵੀ ਇਹ ਹੁਣ ਆਣਾ ਹੀ ਸੀ, ਇਹਨੂੰ ਮੈਂ ਭੋਗ ਲਵਾਂ ਔਰ ਮੈਂ ਆਪਣਾ ਨਾਮ ਜਪ ਲਵਾਂ, ਆਪਣੀ ਬੰਦਗੀ ਇੰਨੀ ਵਧਾ ਦੇਵਾਂ ਕਿ ਜਿਹੜਾ ਇਹਨਾਂ ਦਾ ਅਸਰ ਘਟ ਜਾਵੇ। ਅਸਰ ਘਟਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਕਦੀ ਦੇਖੋ ਇੱਕੋ ਘਟਨਾ ਵਾਪਰਦੀ ਆ, ਉਹਨੂੰ 2 ਜਾਣੇ ਕਿਸ ਰੂਪ ਚ ਲੈਂਦੇ ਨੇ। ਇੱਕ ਜਣਾ ਬਹੁਤ ਦੁਖੀ ਹੋ ਜਾਂਦਾ, ਇੱਕ ਜਣਾ ਉਹਨੂੰ ਫੇਸ ਕਰਕੇ ਅੱਗੇ ਨਿਕਲ ਜਾਂਦਾ। ਲੇਕਿਨ ਇਹ ਨਹੀਂ ਕਿ ਘਟਨਾ ਨਹੀਂ ਵਾਪਰੇਗੀ, ਉਹ ਆਵੇਗੀ ਹੀ ਆਵੇਗੀ। ਇਹਦੇ ਲਈ ਕੀ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਪਣੇ ਪੁੰਨ ਵਧਾ ਲਓ। ਪੁੰਨਾਂ ਨਾਲ ਕੀ ਹੋਏਗਾ, ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੇਂਗੇ। ਜਦੋਂ ਤੇਰੇ ਇੰਨੇ ਪੁੰਨ ਵੱਧ ਗਏ, ਮਤਲਬ ਪੁੰਨਾਂ ਦੇ ਵਧਾਉਣ ਦੇ ਪਿੱਛੇ ਨਿਸ਼ਕਾਮ, ਜਿਹੜੇ ਨਿਸ਼ਕਾਮ ਪੁੰਨ, ਸਕਾਮ ਦੇ ਤਾਂ ਫਿਰ ਅਸੀਂ ਉੱਥੇ ਹੀ ਲਾ ਲਿਆ, ਮੰਗ ਲਿਆ ਉਹਦੇ ਪਿੱਛੇ ਕੁਝ। ਨਿਸ਼ਕਾਮ ਪੁੰਨ ਜਿਹੜੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਜਦੋਂ ਤੇਰੇ ਪੁੰਨਾਂ ਦਾ ਪ੍ਰਤਾਪ ਵੱਧ ਗਿਆ, ਪਾਪਨ ਕੇ ਬਹੁ ਪੁੰਜ ਖਪੇਂਗੇ, ਤੇਰੇ ਪਾਪਾਂ ਦੀਆਂ ਢੇਰੀਆਂ ਹੀ ਜਿਹੜੀਆਂ ਖੱਪ ਜਾਣਗੀਆਂ, ਖਤਮ ਹੋ ਜਾਣਗੀਆਂ। ਲੇਕਿਨ ਤੇਰੀ ਜੈ ਜੈਕਾਰ ਵੀ ਹੋਵੇਗੀ, ਇੰਨਾ ਫਲ ਆ ਪੁੰਨਾਂ ਦਾ। ਸੋ ਸਭ ਤੋਂ ਵੱਡਾ ਪੁੰਨ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਗੋਬਿੰਦ ਦੇ ਗੁਣ ਗਾਣੇ, ਪਰਮਾਤਮਾ ਦਾ ਨਾਮ ਜਪਣਾ, ਬੰਦਗੀ ਕਰਨੀ। ਸੰਗਤ ਜੀ ਵਧਾਈਏ ਆਪਣਾ ਨਾਮ। ਬਾਣੀ ਸਾਨੂੰ ਇੰਨਾ ਸਮਝਾਈ ਜਾ ਰਹੀ ਹੈ, ਫਿਰ ਵੀ ਅਸੀਂ ਪਤਾ ਨਹੀਂ ਕਿੰਨਾ ਟਾਈਮ ਕਿੱਥੇ ਅਨਸੈਸਰੀ ਵੇਸਟ ਕਰ ਰਹੇ। ਤੋ ਹੋਰ ਜਿੰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਵੇਦ ਕਹਿੰਦੇ ਆ ਤੁਹਾਨੂੰ ਨਹੀਂ, ਤੁਹਾਡੇ ਕਰਮ ਇੱਕ ਇੱਕ ਕਰਮ ਜਿਹੜਾ ਉਹ ਜਿਹੜੇ ਸੰਚਿਤ ਕਰਮ ਵੀ ਉਹ ਵੀ ਤੁਹਾਨੂੰ ਕਦੀ ਨਾ ਕਦੀ ਭੋਗਣੇ ਪੈਣੇ ਨੇ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ, ਸੰਚਿਤ ਕਰਮ ਤੁਹਾਡੇ ਸਾੜੇ ਜਾਣਗੇ, ਪ੍ਰਲਭ ਤੁਹਾਨੂੰ ਭੋਗਣੇ ਪੈਣਗੇ। ਉਹ ਮਹਾਰਾਜ ਜੀ ਕਹਿ ਰਹੇ ਨੇ, ਘੋਰ ਦੁੱਖਿਓ, ਕਿਸੇ ਦੇ ਜਨਮ ਵਿੱਚ ਘਨੇਰੇ ਦੁੱਖ ਹੋਣ, ਅਨੇਕ ਹੱਤਿਆ, ਕਿੰਨੇ ਮਰਡਰ ਕਿਸੇ ਨੇ ਕੀਤੇ ਹੋਣ, ਉਹਨੂੰ ਪਾਪ ਲੱਗਿਆ ਹੋਵੇ। ਘੋਰ ਦੁੱਖਿਆਂ ਅਨੇਕ ਹੱਤਿਅਮ ਜਨਮ ਦਰਿਦਰਮ, ਜਨਮਾਂ ਜਨਮਾਂ ਦੀ ਗਰੀਬੀ ਉਹਦਾ ਪਿੱਛਾ ਹੀ ਨਾ ਛੱਡਦੀ ਹੋਵੇ। ਜਿਹੜਾ ਜਨਮ ਲਵੇ ਉਹ ਗਰੀਬ, ਅੱਗੇ ਵੀ ਉਹਨੇ ਗਰੀਬੀ 'ਚ ਹੀ ਜਨਮ ਲੈਣਾ। ਘੋਰ ਦੁੱਖਾਂ ਅਨੇਕ ਹੱਤਿਅਮ ਜਨਮ ਦਰਿਦਰਮ, ਮਹਾ ਵਿਖਿਆਤਮ, ਬਖੇੜੇ ਹੀ ਖੜੇ ਰਹਿਣ ਜੀਵਨ ਦੇ ਵਿੱਚ, ਜਾਂ ਆਪ ਹੀ ਬਖੇੜੇ ਪਾਈ ਰੱਖੇ ਇਦਾਂ ਦਾ, ਜਾਂ ਉਹਦੇ ਜੀਵਨ 'ਚ ਖੜੇ ਰਹਿਣ। ਮਹਾ ਮਤਲਬ ਘਨੇਰੇ ਵਿਖਿਆਤ ਵਿਖੇ ਉਹ ਖੜੇ ਹੀ ਰਹਿਣ ਉਹਦੇ ਜੀਵਨ ਵਿੱਚ। ਇਦਾਂ ਦਾ ਵੀ ਅਗਰ ਕਿਸੇ ਦਾ ਜੀਵਨ ਹੋਵੇ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸਟ ਭਸਮੰ ਕ੍ਰੋਧ। ਮਹਾਰਾਜ ਕਹਿੰਦੇ ਸਾਰੇ ਸੜ ਕੇ ਸਵਾਹ ਹੋ ਜਾਣਗੇ ਸਿਮਰਨ ਦੇ ਨਾਲ, ਪਰਮਾਤਮਾ ਦੀ ਬੰਦਗੀ ਦੇ ਨਾਲ, ਉਹਦੇ ਨਾਮ ਦੀ ਬ੍ਰਹਮ ਅਗਨੀ ਦੇ ਨਾਲ। ਜਿਵੇਂ ਉਹ ਰਿਸ਼ੀ, ਜਿਹੜਾ ਵੇਦ ਦਾ ਰਿਸ਼ੀ ਦਾ ਜਿਹੜਾ ਗੁਰੂ ਸੀ, ਉਹਨੇ ਤੀਲੀ ਲਗਾਈ, ਅੱਗ ਦੀ ਢੇਰ ਸਾੜ ਦਿੱਤਾ। ਇਵੇਂ ਹੀ ਨਾਮ ਦੀ ਬ੍ਰਹਮ ਅਗਨੀ ਵਿੱਚ ਗੁਰੂ ਦੀ ਕਿਰਪਾ ਦੇ ਨਾਲ, ਕਿਉਂਕਿ ਨਾਮ ਗੁਰੂ ਹੀ ਦਿੰਦਾ, ਹੋਰ ਕੋਈ ਦੇ ਨਹੀਂ ਸਕਦਾ। ਗੁਰੂ ਦੀ ਦਿੱਤੀ ਹੋਈ ਸ਼ਕਤੀ, ਉਹ ਨਾਮ ਜਿਹੜਾ ਹੈ, ਉਹ ਬ੍ਰਹਮ ਅਗਨੀ ਦੇ ਵਿੱਚ ਇਹ ਜਿਹੜੇ ਨੇ ਕਰਮ ਸਾਰੇ ਨਾਸ ਹੋ ਸਕਦੇ ਨੇ। ਸੋ ਕਿੱਡਾ ਵੱਡਾ ਸਾਡੇ ਕੋਲ ਚਾਂਸ ਆ। ਸੋ ਹੁਣ ਤੋਂ ਅਸੀਂ ਆਪਣਾ ਜੀਵਨ 100% ਬੰਦਗੀ ਵੱਲ ਨੂੰ ਲਾਈਏ।
ਕਿਰਤ ਕਰਦਿਆਂ ਵੀ ਰੱਬ ਨੂੰ ਯਾਦ ਰੱਖੀਏ, ਹੈ ਰਿਸ਼ਤੇਦਾਰਾਂ ਨੂੰ ਦੇਖਦਿਆਂ ਇਹਨਾਂ ਨੂੰ ਰੱਬ ਯਾਦ ਰੱਖੀਏ। ਐਵੇਂ ਨਾ ਪਤਾ ਨਹੀਂ ਕੀ ਗੱਲਾਂ ਮਾਰੀ ਜਾਂਦੀਆਂ ਅਨਸੈਸਰੀ, ਉਹ ਭਾਈ ਕਿਸੇ ਨੇ ਸਹਾਈ ਨਹੀਂ ਹੋਣਾ। ਹਾਂ, ਕੋਈ ਕਰਨੀ ਕੋਈ ਸ਼ੁਭ ਗੱਲ ਕਰੋ ਜਿਹਦੇ ਨਾਲ ਉਹਦੀ ਰੂਹ ਨੂੰ ਵੀ ਅਪਲਿਫਟ ਕੀਤਾ ਜਾਵੇ, ਸਾਡੀ ਰੂਹ ਵੀ ਉੱਚੀ ਉੱਠੇ। ਇਦਾਂ ਦੀਆਂ ਗੱਲਾਂ ਕਰੋ, ਫਿਰ ਤੁਸੀਂ 4-4 ਘੰਟੇ ਵੀ ਕਰ ਲਓ, ਤੁਹਾਡਾ ਸਤਸੰਗ ਹੋ ਜਾਊਗਾ। ਪਤਾ ਨਹੀਂ ਕਿ WhatsApp ਤੇ ਮੈਨੂੰ ਤਾਂ ਪਤਾ ਨਹੀਂ ਇਹ ਚੀਜ਼ਾਂ ਕੀ ਕੁਛ ਹੁੰਦੀਆਂ, ਕੋਈ Instagram ਬੋਲਦੇ ਕਈ ਕੁਛ ਆ। ਇਹ ਕਿੱਥੇ ਆਪਾਂ ਲੱਗ ਕੇ ਟਾਈਮ ਵੇਸਟ ਕਰ ਰਹੇ ਹਾਂ। ਕੀ ਦੇਖਣਾ ਸੰਸਾਰ ਦਾ, ਰੱਜੇ ਨਹੀਂ ਜਨਮਾਂ ਜਨਮ ਤੋਂ, ਐਸੇ ਘਰ ਹਮ ਬਹੁਤ ਵਸਾਏ। ਬਾਣੀ ਵਿੱਚ ਸਾਨੂੰ ਦੱਸਿਆ ਵੀ ਅਸੀਂ ਬਹੁਤ ਏਦਾਂ ਦੇ ਘਰ ਵਸਾਉਂਦੇ ਆਏ ਹਾਂ, ਜਨਮਾਂ ਜਨਮਾਂ ਤੋਂ ਲੱਗੇ ਆ। ਆਪਣੇ ਥਿਰ ਘਰ ਬੈਸੋ ਹਰ ਜਨ ਪਿਆਰੇ, ਆਪਣੇ ਨਿੱਜ ਘਰ ਵਿੱਚ ਪਹੁੰਚੀਏ। ਸਤਿਗੁਰ ਤੁਮਰੇ ਕਾਜ ਸਵਾਰੇ, ਫਿਰ ਕੀ ਹੋਗਾ? ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਾ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀ ਨੋ ਦਾਨ। ਸਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕੜੀ ਪ੍ਰਭ ਸੁਆਮੀ। ਤੋ ਸੰਗਤ ਜੀ ਸ਼ਰਨ ਲਈਏ ਗੁਰੂ ਮਹਾਰਾਜ ਜੀ ਦੀ, ਕਿਉਂਕਿ ਜਿੱਦਾਂ ਉਹ ਰਿਸ਼ੀ ਕਹਿੰਦਾ ਸੀ, ਮੇਰੇ ਤਾਂ ਇੰਨੇ ਲਿਖੇ ਨੇ, ਇਹਨਾਂ ਦਾ ਮੈਂ ਕਿੱਦਾਂ ਹਿਸਾਬ ਦਊਂਗਾ। ਸਾਨੂੰ ਬਾਣੀ ਵਿੱਚ ਵੀ ਇਹੀ ਗੱਲ ਸਮਝਾਈ ਆ, ਲਿਖੇ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ। ਪਰ ਅਗਲਾ ਫਿਰ ਸਾਨੂੰ ਕਹਿੰਦਾ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਇਹ ਵਾਹਿਗੁਰੂ ਜੀ ਮੇਰੇ ਲੇਖੇ ਤਾਂ ਬਹੁਤ ਨੇ, ਪਰ ਤੁਸੀਂ ਮੈਨੂੰ ਬਖਸ਼ ਲਓ। ਬਖਸ਼ਿਸ਼ ਦਾ ਦਰਵਾਜ਼ਾ ਹਮੇਸ਼ਾ ਪਰਮਾਤਮਾ ਦਾ ਖੁੱਲਾ ਆ, ਪਰ ਬਖਸ਼ਿਸ਼ ਇਸ ਕਰਕੇ ਨਹੀਂ ਵੀ ਅੱਜ ਅਸੀਂ ਮਾਫੀ ਮੰਗ ਲਈ, ਕੱਲ ਨੂੰ ਫੇਰ ਬੁਰੇ ਕੰਮ ਕੀਤੇ। ਨੋ, ਬਖਸ਼ਿਸ਼ ਉਦੋਂ ਪਰਮਾਤਮਾ ਦਾ ਦਰਵਾਜ਼ਾ ਜਿਹੜਾ ਮੇਰਾ ਵਰਸਾਂਦਾ, ਜਦੋਂ ਅਸੀਂ 100% ਅੰਦਰੋਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹਾਂ। ਪਰਮਾਤਮਾ ਮਾਂ ਦੀ ਤਰ੍ਹਾਂ ਆ। ਕਿਹੜੀ ਮਾਂ ਆ ਦੁਨੀਆ ਦੀ ਜਿਹੜੀ ਨਹੀਂ ਚਾਹੁੰਦੀ ਵੀ ਮੇਰਾ ਬੱਚਾ ਵਿਗੜਿਆ ਤੇ ਗਿੜਿਆ ਨਾ ਸੁਧਰੇ? ਹਮੇਸ਼ਾ ਚਾਹੁੰਦੀ ਹੈ। ਏਦਾਂ ਹੀ ਪਰਮਾਤਮਾ ਆ, ਉਹ ਸਾਡਾ ਮਾਤਾ ਪਿਤਾ ਆ, ਸਾਡਾ ਗੁਰੂ ਆ। ਹਮੇਸ਼ਾ ਹੀ ਸਾਡਾ ਮਾਤਾ ਪਿਤਾ, ਸਾਡਾ ਗੁਰੂ ਚਾਹੁੰਦਾ ਵੀ ਅਸੀਂ ਸੁਧਰ ਜਾਈਏ। 24 ਘੰਟੇ ਪਰਮਾਤਮਾ ਦੇ ਦਰਵਾਜ਼ੇ ਖੁੱਲੇ ਆ ਸਾਨੂੰ ਸੁਧਾਰਨ ਦੇ ਲਈ। ਗੱਲ ਇਹ ਆ ਕਿ ਸਾਨੂੰ ਬਦਲਣਾ ਪੈਣਾ, ਕਿਉਂਕਿ ਫ੍ਰੀ ਵਿਲ ਸਾਨੂੰ ਮਿਲੀ ਕਰਮ ਕਰਨ ਲਈ, ਅਸੀਂ ਆਜ਼ਾਦ ਹਾਂ। ਇਹ ਅਸੀਂ ਧਿਆਨ ਰੱਖਣਾ। ਕਿੰਨੇ ਸਾਡੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰ ਹੋ ਪਾਵੋ, ਡੁੱਬਦੇ ਪੱਥਰ ਤਾਰੇ। ਇੰਨੇ ਜਿੰਨਾ ਸਾਗਰ ਦੇ ਵਿੱਚ ਜਲ ਆ ਨਾ, ਇੰਨੇ ਸਾਡੇ ਔਗਣ ਨੇ। ਤੇ ਬੇਨਤੀਆਂ ਕਰਦੀ ਜੀਵਾਤਮਾ, ਅਸੀਂ ਵੀ ਕਰ ਰਹੇ ਹਾਂ ਸਾਰੇ ਜਣੇ, ਦਇਆ ਕਰੋ ਕਿਛ ਮਿਹਰ ਹੋ ਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਜੀ ਪਾਪ ਤਾਂ ਸਾਡੇ ਇੰਨੇ ਨੇ, ਸਾਨੂੰ ਡੁੱਬਦਿਆਂ ਨੂੰ ਤੁਸੀਂ ਤਾਰ ਲਓ। ਤੇ ਪਰਮਾਤਮਾ ਜਿਹੜਾ ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਦਾ ਹੀ ਬਖਸ਼ਿੰਦੇ ਆ। ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਬਖਸ਼ਦੇ ਆ ਨਾ, ਏਦਾਂ ਹੀ ਪਰਮਾਤਮਾ ਸਾਡਾ ਮਾਂ ਬਾਪ ਆ। ਉਮੀਦ ਨਹੀਂ ਛੱਡਣੀ, ਪਰ ਇਹਦਾ ਮਤਲਬ ਇਹ ਨਹੀਂ ਕਿ ਦੁਆਰਾ ਅਸੀਂ ਮੰਦ ਕਰਮਾਂ ਵੱਲ ਨੂੰ ਜਾਣਾ ਹੈ। ਅੱਜ ਤੋਂ ਹੀ ਅਗਰ ਅਸੀਂ, ਹੁਣ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ, ਕਰਮਾਂ ਦਾ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਆਪਣਾ ਬਾਣੀ ਵਿੱਚੋਂ ਗਿਆਨ ਦੇ ਰਹੇ ਨੇ। ਅੱਜ ਤੋਂ ਅਸੀਂ ਟਰਨਿੰਗ ਪੁਆਇੰਟ ਲੈ ਕੇ ਆਈਏ। ਅੱਜ ਤੱਕ ਬਸ ਕਰੀਏ, ਹੁਣ ਕਿੰਨੇ ਫਿਰ ਫਸੇ ਰਵਾਂਗੇ। ਪਹਿਲਾਂ ਅਸੀਂ ਮਾੜਾ ਕਰਮ ਕਰਾਂਗੇ, ਫਿਰ ਉਹਦਾ ਫਲ ਭੋਗਾਂਗੇ। ਬਸ ਇਵੇਂ ਹੀ ਜੀਵਨ ਕਰਦੇ ਰਹਾਂਗੇ। ਚੰਗੇ ਕਰਮ ਦਾ ਵੀ ਫਲ ਭੋਗਾਂਗੇ। 100% ਅੱਛੇ ਕਰਮ ਔਰ ਨਿਸ਼ਕਾਮ ਕਰਮ, ਬਸ ਇਹ ਹੈ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੇਵਾ ਕਰਤ ਉਹ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਉਂਕਿ ਸੇਵਾ ਪਿੱਛੇ ਵੀ ਅਸੀਂ ਮਾਣ ਵਡਿਆਈਆਂ ਚਾਹੁੰਦੇ ਹੁੰਦੇ ਹਾਂ, ਨਿਸ਼ਕਾਮ ਕਰਮ ਨਹੀਂ। ਸੇਵਾ ਪਿੱਛੇ ਵੀ ਅਸੀਂ ਦਿਖਾਵੇ ਕਰਦੇ ਹੁੰਦੇ, ਦੇਖੋ ਮੈਂ ਆਹ ਕਰਦਾ, ਉਹ ਨਿਸ਼ਕਾਮ ਕਰਮ ਨਹੀਂ। ਆਪਣਾ ਸ਼ੁਕਰ ਕਰਕੇ ਵੀ, ਸ਼ੁਕਰ ਹੈ ਮੈਨੂੰ ਸੇਵਾ ਦਿੱਤੀ, ਕਿਉਂਕਿ ਮਿਸ਼ਨ ਦੇ ਸੇਵਾਦਾਰ ਸਾਰੇ ਜੁੜੇ ਹੋਏ ਨੇ। ਸ਼ੁਕਰ ਕਰਕੇ ਕਿ ਵਾਹਿਗੁਰੂ ਜੀ ਸ਼ੁਕਰ ਹੈ, ਇਹ ਭਾਂਡੇ ਨੂੰ ਸਵਾਰਨਾ ਚਾਹੁੰਦੇ ਹੋ, ਮੈਨੂੰ ਸੇਵਾ ਦਿੱਤੀ, ਤੁਸੀਂ ਮੇਰਾ ਕਲਿਆਣ ਕਰੋ। ਹਮੇਸ਼ਾ ਨਿਮਰਤਾ ਸਹਿਤ ਸੇਵਾ ਕਰਨੀ ਹੈ। ਸੋ ਸ਼੍ਰੀ ਗੁਰੂ ਨਾਨਕ ਮਿਸ਼ਨ ਦੇ ਸੇਵਾਦਾਰ ਬੜੀਆਂ ਅਣਥੱਕ ਸੇਵਾਵਾਂ ਗੁਰੂ ਮਹਾਰਾਜ ਜੀ ਲੈ ਰਹੇ ਨੇ। ਇੱਕ ਦਾ ਬੀਜਿਆ ਮਹਾਰਾਜ ਜੀ ਹਰਿਆ ਕਰਨ, ਭਾਗ ਲੱਗਣ ਸਾਰਿਆਂ ਦੀ ਸੇਵਾ ਨੂੰ। ਅਸੀਂ ਸਾਰੇ ਜਾਣੇ ਨਿਸ਼ਕਾਮ ਸੇਵਾਦਾਰ ਹੋ ਜਾਈਏ। ਉਹ ਅਸੀਂ ਲੱਗਦਾ ਬਾਹਰੀ ਤੌਰ ਤੇ ਅਸੀਂ ਨਿਸ਼ਕਾਮ ਸੇਵਾਦਾਰ ਹਾਂ, ਪਰ ਅੰਦਰ ਸਾਡੇ ਕਿਤੇ ਨਾ ਕਿਤੇ ਬੜੀਆਂ ਮੈਵਾਂ ਛੁਪੀਆਂ ਹੋਈਆਂ। ਸੋ ਇਹ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਬੇਨਤੀਆਂ ਕਰੀਏ ਕਿ ਸਾਰਾ ਹੀ ਸਾਡਾ ਜੀਵਨ ਜਿਹੜਾ ਨਿਸ਼ਕਾਮ ਹੋ ਕੇ ਚੱਲੇ। ਔਰ ਮਹਾਰਾਜ ਜੀ ਐਸੀ ਕਿਰਪਾ ਕਰੋ, 100% ਕਰਮ ਤਾਂ ਕਰਨਾ ਹੀ ਅਸੀਂ ਜੀਵਨ ਪਰ, ਸਾਡੇ ਸ਼ੁੱਧ, ਸਾਡੇ ਨਿਰਮਲ ਕਰਮ ਹੋ ਜਾਣ। ਪਵਿੱਤ ਹੋਏ ਸੇ ਜਨਾ ਜਿਨੀ ਹਰ ਤੇ ਆਇਆ। ਇਹ ਹਮੇਸ਼ਾ ਯਾਦ ਰੱਖੀਏ, ਅਗਰ ਮਹਿਲਾਂ ਚੜੀਆਂ ਕਿਵੇਂ ਉਤਾਰਨੀਆਂ ਨੇ? ਹਰੀ ਨੂੰ ਤਿਆਗ ਕੇ, ਪਰਮਾਤਮਾ ਨੂੰ ਤਿਆਗ ਕੇ, ਨਾਮ ਜਪ ਕੇ, ਬੰਦਗੀ ਕਰਕੇ। ਸੋ ਜਿਹੜਾ ਜਨਮੇਜੇ ਨੂੰ ਫਿਰ ਕੋੜ ਹੋ ਗਿਆ ਸੀ ਨਾ, ਫਿਰ ਅੱਗੇ ਵੀ ਕਥਾ ਹੈਗੀ ਹੈ। ਜਦੋਂ ਕੋੜ ਹੋ ਗਿਆ, ਫਿਰ ਇਹਨੂੰ ਪੰਡਤਾਂ ਬ੍ਰਾਹਮਣਾਂ ਨੂੰ ਇਹਨੇ ਇਕੱਠਾ ਕੀਤਾ। ਹੁਣ ਮੇਰਾ ਦਾ ਹੱਲ ਕੀ ਹੈ? ਸਿਆਣਿਆਂ ਆਪਣਿਆਂ ਨੂੰ ਉਹਨਾਂ ਨੇ ਕਿਹਾ, ਫਿਰ ਤੂੰ ਰਿਸ਼ੀ ਵੇਦ ਵਿਆਸ ਜੀ ਤੋਂ ਕਥਾ ਸੁਣ, ਬ੍ਰਹਮ ਦੀ ਕਥਾ ਸੁਣ, ਮਹਾਭਾਰਤ ਦੀ ਕਥਾ ਸੁਣ, ਜੋ ਵੀ ਧਾਰਮਿਕ ਗ੍ਰੰਥਾਂ ਦੀ। ਉਹ ਫਿਰ ਉਹਨੇ ਕਥਾ ਸੁਣੀ।
ਤੇ ਉਹਦੇ ਨਾਲ ਫਿਰ ਉਹ ਕਹਿੰਦੇ ਨੇ ਉਹਦੇ ਵਿੱਚ ਵੀ ਇਹਨੇ ਇੱਕ ਦੋ ਵਾਰ ਨੱਕ ਚੜਾ ਦਿੱਤਾ ਫਿਰ ਵੀ ਏਦਾਂ ਕਿੱਦਾਂ ਹੋ ਸਕਦਾ, ਜਿੱਦਾਂ ਅਸੀਂ ਵੀ ਨੱਕ ਚੜਾ ਦਿੰਦੇ ਆ ਨਾ ਵੀ ਏਦਾਂ ਕਿੱਦਾਂ ਹੋ ਸਕਦਾ। ਉਹ ਭਾਈ ਗੁਰੂ ਗੁਰੂ ਆਮ ਬੰਦਾ ਨਹੀਂ, ਅਸੀਂ ਕਹਿ ਦਿੰਦੇ ਗੁਰੂ ਐਵੇਂ ਨਹੀਂ ਕਰ ਸਕਦਾ, ਗੁਰੂ ਅਸੀਂ ਵੀ ਕੁਐਸਚਨ ਕਰਦੇ ਆ। ਸੋ ਉਹ ਕੋਡ ਦਾ ਮਤਲਬ ਇਹ ਸਿੰਬੋਲਿਕ ਚੀਜ਼ਾਂ ਵੀ ਹੁੰਦੀਆਂ, ਜ਼ਰੂਰੀ ਨਹੀਂ ਵੀ ਸਰੀਰ ਤੇ ਉਹ ਅੰਦਰ ਉਹ ਨੈਗੇਟਿਵਿਟੀ ਦਾ ਕੋਡ ਜਿਹੜਾ ਦੁੱਖ ਕਰਨ ਦਾ ਜਿਹੜਾ ਕੋਡ ਜਿਹੜਾ ਉਹ ਫਿਰ ਕਹਿੰਦੇ ਉਹਦਾ ਸਾਰਾ ਹੀ ਕੋਡ ਠੀਕ ਹੋ ਗਿਆ, ਪਰ ਉਹਦੇ ਨੱਕ ਦੇ ਉੱਤੇ ਕੋਡ ਰਿਹਾ ਔਰ ਫਿਰ ਉਹਦੇ ਨਾਲ ਹੀ ਉਹਦੀ ਡੈਥ ਹੋ ਗਈ। ਇੰਨਾ ਧਰਮੀ ਰਾਜਾ ਸੀ, ਇੰਨਾ ਪ੍ਰਜਾ ਦਾ ਧਿਆਨ ਰੱਖਣ ਵਾਲਾ ਸੀਗਾ, ਲੇਕਿਨ ਫਿਰ ਵੀ ਕੋਈ ਨਾ ਕੋਈ ਪ੍ਰਾਰਬਧ ਇਹੋ ਜਿਹੀ ਸੀ, ਕਰਮ ਇਹੋ ਜਿਹੇ ਸੀ। ਇਵੇਂ ਜਿਹੜਾ ਕਥਾ ਆ ਆਪਣੇ ਸਿੱਖ ਇਤਿਹਾਸ ਵਿੱਚ ਅਲੱਗ ਅਲੱਗ ਕਿੰਨੀਆਂ ਹੀ ਸਾਖੀਆਂ ਨੇ ਕਿ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜਾ ਸਕੇਤ ਮੰਡੀ ਦਾ ਰਾਜਾ ਸੀਗਾ, ਉਹਦੇ ਮਹਾਰਾਜ ਨੇ ਜਿਹੜਾ ਜਨਮ ਕੱਟੇ ਸੀਗੇ। ਬਹੁਤ ਇਤਿਹਾਸ ਦੇ ਵਿੱਚ ਹੁਣ ਆਪਾਂ ਇੰਨਾ ਲੰਬਾ ਨਾ ਚੱਲੀਏ, ਬਾਣੀ ਨੇ ਵੀ ਸਾਨੂੰ ਦੱਸ ਦਿੱਤਾ ਕਿ ਗੁਰੂ ਸਮਰੱਥ ਆ, ਗੁਰੂ ਕੀ ਨਹੀਂ ਕਰ ਸਕਦਾ। ਬਸ ਗੁਰੂ ਦੀ ਸ਼ਰਨ ਵਿੱਚ ਆਈਏ, ਸ਼ੁਭ ਕਰਮ ਕਰੀਏ ਔਰ ਸਾਰੇ ਸਰੈਂਡਰ ਕਰਕੇ ਚੱਲੀਏ। ਮੇਰਾ ਤਨ ਵੀ ਗੁਰੂ ਸਾਹਿਬ ਜੀ ਤੁਸੀਂ ਦਿੱਤਾ ਹੋਇਆ, ਪਰਮਾਤਮਾ ਕਹਿ ਲਓ, ਗੁਰੂ ਕਹਿ ਲਓ, ਮੈਂ ਤਾਂ ਇੱਕੋ ਹੀ ਚੀਜ਼ ਸਮਝਦੀ। ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਧਨ ਵੀ ਤੁਹਾਡਾ। ਸਾਡੀ ਸੋਚ ਵੀ ਹੁਣ ਆਪਣੇ ਮੁਤਾਬਕ ਚਲਾਓ, ਅਸੀਂ ਮਨਮੁਖ ਤੋਂ ਅਸੀਂ ਗੁਰਮੁਖ ਬਣ ਜਾਈਏ। ਤੋ ਸੰਗਤ ਜੀ ਹੁਣ ਆਪਾਂ ਕੁਐਸਚਨਸ ਨੇ ਕੁਝ ਸੰਗਤ ਦੇ। तो एक कल किसी संगत का क्वेश्चन